सतगुर की जिसनो मत आवे, सो सतगुर माही समाना। एह बाणी जो जियों जाने, तिस अंतर रवै हर नामा। सतगुर की बाणी सत स्वरूप है, गुर बाणी बनी है। सतगुर की रीसै हो कच पिच बोल दे, से कूड़ियार कूड़े झाड़ पड़ीऐ। ज्यों पुरखै घर भगति नार है, अत लोचै भगति पाए। बहु रस सालणे सवार दी, खट रस मीठे पाए। त्यों बाणी भगत सलाहंदे, हर नामा चित लाए। परम सन्मान योग जुगो जुग अटल सरवरे कायनात, भगत वशल पतत पावन, दसां पातशाहियां दी जोत। साहिब सतगुरु श्री गुरु ग्रंथ साहिब पातशाह जी दी पावन हजूरी अंदर सुभाएमान, गुरु प्यारी गुरु सवारी साध संगत जीओ। श्रोमणी रागी ग्रंथी प्रचार सभा वल्लों हर साल दी तरह इस वार भी साहिब सतगुरु श्री गुरु ग्रंथ साहिब पातशाह जी दे गुरगद्दी नशीनी गुरपुरब नूं समर्पित जो गुरमत समागम करवाए जा रहे हैं। दास तो पहला गुरु के कीर्तनिया पासों आप जी ने सतगुरु जी दी अमृतमयी बाणी दे रस पिन्ने कीर्तन सरवण कीते हन। आओ कुछ समा गुरमत विचारां नाल सारे जुड़न दा यतन करिए। दास दी ते अपनी हाजरी गुरु चरनां विच लवाउंदे होए गुरु फतेह सारे प्रवान करो। आखो जी वाहिगुरु जी का खालसा, वाहिगुरु जी की फतेह। गुरमत अंदर शब्द गुरु दी बहुत महानता है, क्योंकि शब्द सदीवी है, सर्व व्यापक है। शरीर करके इक्को समय हर थां ते गुरु नूं नहीं वेख्या जा सकदा। सर्व व्यापक गुरु ज्ञान रूप विच शब्द रूप विच ही हो सकदा है। मनुख अज है, कदे नहीं सी, कदे समा आवेगा, मनुख दी होंद खत्म हो जाती है। शब्द पहला भी सी, अज भी है, और शब्द सदीव काल है। इसे लिए मेरे गरीब नवाज जी ने शब्द द्वारा ही संसार की उत्पत्ति मनी है।
ਤੇ ਪ੍ਰਮਾਤਮਾ ਜਿਸ ਨਿਯਮ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਸਮੇਟਦਾ ਹੈ, ਗਰੀਬ ਨਵਾਜ਼ ਜੀ ਨੇ ਉਹਨੂੰ ਵੀ ਪ੍ਰਮਾਤਮਾ ਦਾ ਸ਼ਬਦ ਕਿਹਾ ਹੈ। ਉਤਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਪਤ ਹੋਵੈ। ਗਰੀਬ ਨਵਾਜ਼ ਜੀ ਨੇ ਚਾਹੇ ਉਹ ਆਤਮਿਕ ਤੀਰਥ ਇਸ਼ਨਾਨ ਸੀ, ਚਾਹੇ ਉਹ ਬੰਧਨ ਰਹਿਤ ਅਵਸਥਾ ਜਿਹਨੂੰ ਆਪਾਂ ਜੀਵਨ ਮੁਕਤ ਕਹਿੰਦੇ ਆ, ਤੀਰਥ ਇਸ਼ਨਾਨ ਵੀ ਸ਼ਬਦ ਦੀ ਵਿਚਾਰ ਨੂੰ ਮੰਨਿਆ। ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਪ੍ਰਮਾਤਮਾ ਦਾ ਸ਼ਬਦ ਵਸ ਜਾਵੇ, ਸਭ ਕਹਿੰਦੇ ਨੇ ਉਹ ਮਨੁੱਖ ਬੰਧਨ ਰਹਿਤ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜਗਤ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਸਿੱਖ ਧਰਮ ਦੇ ਫਾਊਂਡਰ ਨੇ, ਉਹਨਾਂ ਦੇ ਬਚਨ ਹਨ, ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਜੋਗੀ ਲੋਕ ਘਰ ਛੱਡ ਕੇ, ਕਿਰਤ ਛੱਡ ਕੇ, ਬੱਚੇ ਛੱਡ ਕੇ ਪਰਬਤਾਂ ਦੀਆਂ ਚੋਟੀਆਂ ਤੇ ਜਾ ਕੇ ਬੈਠਦੇ ਸਨ, ਲਕਸ਼ ਮਨੋਰਥ ਇੱਕੋ ਸੀ ਕਿ ਸਾਨੂੰ ਮੁਕਤੀ ਕਿਵੇਂ ਮਿਲੇ। ਗਰੀਬ ਨਵਾਜ਼ ਜੀ ਨੇ ਸਿੱਧਾਂ ਨਾਲ ਜਦੋਂ ਗੋਸ਼ਟੀ ਕੀਤੀ, ਚਾਹੇ ਉਹ ਸ਼ਮੇਰ ਪਰਬਤ ਦਾ ਟਿਕਾਣਾ ਸੀ, ਚਾਹੇ ਉਹ ਪੰਜਾਬ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਬਟਾਲੇ ਦੇ ਨੇੜੇ ਅਚਲ ਸਾਹਿਬ ਦੀ ਧਰਤੀ ਹੈ, ਤੇ ਚਾਹੇ ਉਹ ਉੱਤਰ ਪ੍ਰਦੇਸ਼ ਦੇ ਵਿੱਚ ਯੂਪੀ ਦੇ ਵਿੱਚ ਗੋਰਖ ਮਤਾ, ਜਿਸ ਨੂੰ ਅੱਜ ਅਸੀਂ ਨਾਨਕ ਮਤਾ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਫਿਰ ਜਾ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ, ਦਰਸ਼ਨ ਵੇਖਣ ਕਾਰਨ ਸਗਲੀ ਉਲਟ ਪਈ ਲੋਕਾਈ। ਔਰ ਕਮਾਲ ਉਦੋਂ ਹੋਇਆ ਕਿ ਜਿੱਥੇ ਗੋਰਖ ਦਾ ਮਤਾ, ਗੋਰਖ ਦੀ ਵਿਚਾਰ ਚੱਲਦੀ ਸੀ, ਗਰੀਬ ਨਵਾਜ਼ ਜੀ ਨੇ ਸ਼ਬਦ ਦੀ ਰੂਢੀ ਸ਼ਕਤੀ ਦੇ ਨਾਲ ਐਸੀਆਂ ਦਲੀਲਾਂ, ਐਸੇ ਪ੍ਰਮਾਣ ਦੇ ਕੇ ਉਹਨਾਂ ਨੂੰ ਜਿੱਤਿਆ ਕਿ ਗੋਰਖ ਮਤਾ ਨਾਨਕ ਮਤਾ ਸਾਹਿਬ ਬਣ ਗਿਆ। ਜਿੱਥੇ ਗੋਰਖ ਦਾ ਮਤਾ ਚੱਲਦਾ ਸੀ, ਉੱਥੇ ਗੁਰੂ ਨਾਨਕ ਸਾਹਿਬ ਦਾ ਮਤਾ ਚੱਲਣ ਲੱਗ ਪਿਆ। ਇਸੇ ਲਈ ਸਾਡੇ ਗੁਰੂ ਘਰ ਨਾਨਕ ਮਤਾ ਨੇ। ਇੱਥੇ ਉਹੀ ਮਤਾ ਚੱਲਣਾ ਚਾਹੀਦਾ ਜਿਹੜਾ ਗੁਰੂ ਨਾਨਕ ਦਾ ਮਤਾ ਹੈ, ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਤੇ ਜਦੋਂ ਕੋਈ ਕੇਵਲ ਸ਼ਰਧਾ ਦੇ ਤਲ ਤੇ ਆ ਕੇ ਇਹ ਗੱਲ ਆਖਦਾ ਕਿ ਮੈਂ ਆਪਣੇ ਮਨ ਦੀ ਮਤ ਮੁਤਾਬਕ ਗੁਰੂ ਘਰ ਕਰਮ ਕਰਨੇ ਨੇ, ਖਿਮਾ ਕਰਨਾ ਸਤਿਗੁਰਾਂ ਦਾ ਯਤਨ ਸੀ, ਗੋਰਖ ਮਤਾ ਨਾਨਕ ਮਤਾ ਬਣ ਗਿਆ। ਪਰ ਅੱਜ ਜੇ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਕੇਵਲ ਸੰਸਾਰੀ ਕਰਮ ਕਾਂਡ ਜਾਂ ਵਹਿਮ ਭਰਮ ਕਰੇ, ਤੇ ਇੰਜ ਲੱਗਦਾ ਵੀ ਜਿਵੇਂ ਉਹ ਨਾਨਕ ਮਤੇ ਨੂੰ ਗੋਰਖ ਮਤਾ ਬਣਾਉਣ ਵਾਲੇ ਪਾਸੇ ਤੁਰ ਪਏ ਹੋਣ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੁਆ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਗਰੀਬ ਨਵਾਜ਼ ਜੀ ਨੇ ਜਿਹੜੀ ਸਿੱਧ ਮੰਡਲੀ ਸੀ, ਉਹਨੂੰ ਸ਼ਬਦ ਦੁਆਰਾ ਜਿੱਤਿਆ। ਸ਼ਬਦ ਦੀ ਐਸੀ ਰੂਢੀ ਵਿਚਾਰਧਾਰਾ ਹੈ ਕਿ ਗਰੀਬ ਨਵਾਜ਼ ਜੀ ਨੇ ਉਹਨਾਂ ਜੋਗੀਆਂ ਦੇ ਨਾਲ ਗੋਸ਼ਟ ਕਰਕੇ ਉਹਨਾਂ ਦੇ ਕੰਨ ਫੜਾ ਦਿੱਤੇ। ਗੋਸ਼ਟ ਕਰ ਕਰ ਕੰਨ ਫੜਾਏ, ਇਸੇ ਲਈ ਤੋਬਾ ਕਰਕੇ ਉਹਨਾਂ ਜੋਗੀਆਂ ਆਖਿਆ ਸੀ, ਸਿੱਧ ਬੋਲਨ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਜੇ ਸਿੱਧ ਮੰਨ ਗਏ ਤੇ ਆਪਾਂ ਵੀ ਮੰਨ ਜਾਈਏ, ਕਿਉਂਕਿ ਉਹ ਸਿੱਧ ਮੰਨਣ ਵਾਲੇ ਨਹੀਂ ਸਨ। ਉਹਨਾਂ ਨੇ ਬੜੀਆਂ ਬੜੀਆਂ ਕਰਾਮਾਤਾਂ, ਬੜੀਆਂ ਬੜੀਆਂ ਰਿੱਧੀਆਂ ਸਿੱਧੀਆਂ ਦਿਖਾਈਆਂ, ਇੱਥੇ ਤੱਕ ਕਿ ਤਾਰੇ ਤੋੜੇ ਭੰਗਰਨਾਥ। ਇਹ ਵੀ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਰੂਪ ਵਟਾਏ ਜੋਗੀਆਂ, ਸਿੰਘ ਬਾਗ ਬਹੁ ਚਲਤ ਦਿਖਾਏ, ਪਰ ਆਖਰ ਨੂੰ ਸਿੱਧ ਤੰਤਰ ਮੰਤ ਕਰ ਝੜ ਪਏ, ਸ਼ਬਦ ਗੁਰੂ ਕੀ ਕਲਾ ਛਪਾਈ।
ਉਹਨਾਂ ਦੇ ਜੰਤਰ ਮੰਤਰ, ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸ਼ਬਦ ਦੀ ਵਿਚਾਰਧਾਰਾ ਸੀ ਉਹਦੇ ਥੱਲੇ ਰਹਿ ਗਈਆਂ। ਭਾਵ ਕੋਈ ਕਰਮ ਧਰਮ ਜਿਹੜਾ ਉਹ ਸ਼ਬਦ ਵਿਚਾਰ ਦੇ ਤੁਲ ਨਹੀਂ ਪਹੁੰਚ ਸਕਦਾ। ਇਸ ਕਰਕੇ ਗਰੀਬ ਨਵਾਜ਼ ਜੀ ਨੇ ਆਪ ਪਾਵਨ ਬਾਣੀ ਵਿੱਚ ਸਪਸ਼ਟ ਕੀਤਾ, ਇਸ ਤੇ ਉੱਪਰ ਨਹੀਂ ਵਿਚਾਰ ਜਾਂਕੈ ਮਨ ਵਸਿਆ ਨਿਰੰਕਾਰ। ਜਿਹਦੇ ਮਨ ਵਿੱਚ ਨਿਰੰਕਾਰ ਵਸ ਜਾਂਦਾ, ਇਹਦੇ ਤੋਂ ਉੱਪਰ ਅੱਗੇ ਹੋਰ ਕੋਈ ਵਿਚਾਰ ਨਹੀਂ, ਵੀ ਅੱਗੇ ਕੋਈ ਹੋਰ ਥਾਂ ਨਹੀਂ ਵੀ ਅਸੀਂ ਆਖੀਏ ਵੀ ਸ਼ਾਇਦ ਕੋਈ ਕਰਮ ਧਰਮ ਹੋਰ ਰਹਿੰਦਾ। ਸਰਬ ਧਰਮ ਮਾਨੋ ਤੇ ਕੀਏ, ਜੇ ਪ੍ਰਭ ਕੀਰਤ ਗਾਈ। ਜਿਨੇ ਪਰਮੇਸ਼ਰ ਦੀ ਕੀਰਤੀ ਕਰ ਲਈ, ਮਾਲਕ ਦੇ ਗੁਣ ਗਾ ਲਏ, ਉਹਨੇ ਸਾਰੇ ਕਰਮ ਧਰਮ ਕਮਾ ਲਏ। ਤੇ ਦੂਸਰੇ ਪਾਸੇ ਬੰਦਾ ਸਾਰੇ ਕਰਮ ਧਰਮ ਕਰ ਲਵੇ ਪਰ ਇੱਕ ਪਰਮਾਤਮਾ ਦੀ ਕੀਰਤੀ ਨਾ ਕਰੇ, ਤੇ ਸਾਹਿਬ ਦੇ ਬਚਨ ਨੇ ਕਿ ਉਸ ਮਨੁੱਖ ਦੇ ਸਾਰੇ ਕਰਮ ਧਰਮ ਜਿਹੜੇ ਨੇ ਉਹ ਨਿਫਲ ਚਲੇ ਜਾਂਦੇ ਨੇ। ਕਿਉਂਕਿ ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦੈ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ ਹੈ। ਜਿਹੜੀ ਸਿੱਧਾਂ ਨਾਲ ਗੋਸ਼ਟੀ ਹੋਈ, ਜਿਹੜੇ ਪ੍ਰਸ਼ਨ ਉੱਤਰ ਹੋਏ, ਉਹਨਾਂ ਨੂੰ ਗੁਰੂ ਕੀ ਬਾਣੀ ਦੇ ਵਿੱਚ ਅਸੀਂ ਸਰਲੇਖ ਪੜ੍ਹਦੇ ਹਾਂ। ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ, ਉਹਦਾ ਜਿਹੜਾ ਰਹਾਉ ਵਾਲਾ ਬੰਦ ਹੈ, ਉਹਦੇ ਵਿੱਚ ਸਤਿਗੁਰਾਂ ਨੇ ਨਿਰਣਾ ਦਿੱਤਾ ਹੈ, ਕਿਆ ਭਵੀਐ ਸੱਚ ਸੂਚਾ ਹੋਏ। ਕਿਉਂ ਭਟਕਦੇ ਹੋ, ਕਿਉਂ ਘਰ ਤੋਂ ਬਾਹਰ ਜਾਂਦੇ ਹੋ। ਇਹ ਵੱਖਰੀ ਗੱਲ ਹੈ ਕਿ ਅੱਜ ਵੀ ਬਹੁਤ ਸਾਰੇ ਭਾਰਤ ਵਰਸ਼ ਦੇ ਉਹ ਲੋਕ ਜਿਨ੍ਹਾਂ ਦੀ ਆਸਥਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਬਚਨ ਸਮਝ ਲਿਆ ਜਾਵੇ ਵੀ ਉਹ ਲੋਕ ਘਰ ਛੱਡ ਕੇ ਬਨ ਵਿੱਚ ਜੰਗਲਾਂ ਵਿੱਚ ਜਾਂਦੇ ਸਨ, ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਸਟਿਕਟ ਹੋ ਕੇ ਬਚਨ ਕਹੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਾਹੇ ਰੇ ਦਾ ਮਤਲਬ ਕਾਹਦੇ ਲਈ ਜਾਂਦੇ ਹੋ ਘਰ ਛੱਡ ਕੇ ਜੰਗਲਾਂ ਵਿੱਚ? ਘਰੇ ਬੈਠੋ, ਪਰਬਤਾਂ ਤੋਂ ਉੱਤਰ ਆਓ। ਤੇ ਗਰੀਬ ਨਵਾਜ਼ ਜੀ ਨੇ ਸਿੱਧ ਗੋਸ਼ਟ ਬਾਣੀ ਦਾ ਜਿਹੜਾ ਰਹਾਉ ਵਾਲਾ ਬੰਦ ਸੀ, ਉਹਦੇ ਵਿੱਚ ਸਪਸ਼ਟ ਕੀਤਾ, ਕਿਆ ਭਵੀਐ, ਕਿਉਂ ਭਟਕਦੇ ਹੋ। ਸੱਚ ਸੂਚਾ ਹੋਏ, ਜੇ ਸੱਚ ਨਾਲ ਜੁੜੋਗੇ ਤੇ ਫਿਰ ਸੁੱਚੇ ਹੋਵੋਗੇ। ਤੇ ਅਗਲਾ ਬਚਨ ਸੀ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਜਦੋਂ ਤੱਕ ਤੁਸੀਂ ਪਰਮੇਸ਼ਰ ਦੇ ਸੱਚੇ ਸ਼ਬਦ ਨਾਲ ਨਹੀਂ ਜੁੜਦੇ, ਉਦੋਂ ਤੱਕ ਸੱਚੇ ਸ਼ਬਦ ਨਾਲ ਜੁੜਨ ਤੋਂ ਬਿਨਾ ਕੋਈ ਮੁਕਤ ਨਹੀਂ ਹੋ ਸਕਦਾ। ਬੰਧਨ ਰਹਿਤ ਅਵਸਥਾ ਜਿਹੜੀ ਹੈ ਉਹ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ। ਇਸ ਲਈ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜੋਗੀਆਂ ਪ੍ਰਸ਼ਨ ਕੀਤਾ ਸੀ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ, ਤੇ ਉਹਦਾ ਵੀ ਉੱਤਰ ਇਹੀ ਦਿੱਤਾ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਕੇਵਲ ਸ਼ਬਦ ਨੂੰ ਗੁਰੂ ਕਿਹਾ ਹੀ ਨਹੀਂ, ਸੁਰਤ ਜੋੜਨ ਨੂੰ ਚੇਲਾ ਕਿਹਾ ਹੀ ਨਹੀਂ। ਗਰੀਬ ਨਵਾਜ਼ ਜੀ ਨੇ ਆਪਣੀ ਸਰੀਰਕ ਹਯਾਤੀ ਦੇ ਵਿੱਚ, ਹਾਲਾਂਕਿ ਧੁਰ ਤੋਂ ਸਮਰੱਥ ਸਨ, ਅਸੀਂ ਕਦੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਨਹੀਂ ਮਨਾਉਂਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇੰਜ ਕਹਿ ਲਵੋ ਵੀ ਜਿਵੇਂ ਕਿਤੇ ਅਕਾਲ ਪੁਰਖ ਦੀ ਜੋਤ ਨੇ ਆਪ ਆਕਾਰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਆਉਣਾ ਕੀਤਾ ਹੋਵੇ। ਗੁਰੂ ਨਾਨਕ ਸਾਹਿਬ ਜੀ ਜਗਤ ਵਿੱਚ ਆਏ ਪਰ ਗਏ ਨਹੀਂ, ਜੋਤ ਕਰਕੇ ਗੁਰੂ ਅੰਗਦ ਦੇਵ ਜੀ ਵਿੱਚ ਵਿਰਾਜਮਾਨ ਹੋ ਗਏ। ਤੇ ਇਹੀ ਜੋਤ ਜਿਹੜੀ ਇੱਕ ਵਚਨ ਹੈ, ਉਹ ਦਸਾਂ ਜਾਮਿਆਂ ਵਿੱਚ ਟਰੈਵਲ ਕਰਦੀ ਹੋਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵਿਰਾਜਮਾਨ ਹੋਈ। ਤੇ ਅੱਜ ਅਸੀਂ ਅਰਦਾਸ ਕਰਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਤਸ਼ਾਹੀਆਂ 10, ਟਿਕਾਣੇ 10, ਪਰ ਜੋਤਾਂ 10 ਨਹੀਂ। ਦਸਾਂ ਪਾਤਸ਼ਾਹੀਆਂ ਦੀ ਜੋਤ, ਜੋਤ ਇੱਕ ਵਚਨ ਹੈ। ਇਹਦਾ ਮਤਲਬ ਕਿ ਸਰੀਰ ਕਰਕੇ 10 ਜਾਮੇ ਧਾਰਨ ਕੀਤੇ, 10 ਗੁਰ ਵਿਅਕਤੀਆਂ ਦੇ ਰੂਪ ਵਿੱਚ ਪ੍ਰਗਟ ਹੋਏ, ਪਰ 10 ਟਿਕਾਣੇ ਬਦਲਣ ਦੇ ਬਾਵਜੂਦ ਵੀ ਗੁਰੂ ਨਹੀਂ ਬਦਲਿਆ। ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਹੈ।
10 ਗੁਰ ਵਿਅਕਤੀ ਹੋ ਕੇ ਵੀ ਗੁਰੂ ਇੱਕ ਹੀ ਰਿਹਾ। ਤੇ ਉਹ ਗੁਰੂ ਸੀ ਗਿਆਨ, ਉਹ ਗੁਰੂ ਸੀ ਬਾਣੀ, ਉਹ ਗੁਰੂ ਸੀ ਸ਼ਬਦ। ਕਿਤੇ ਆਖਿਆ ਬਾਣੀ ਗੁਰੂ, ਗੁਰੂ ਹੈ ਬਾਣੀ। ਕਿਤੇ ਆਖਿਆ ਗਿਆਨ ਗੁਰੂ ਆਤਮ ਉਪਦੇਸੋ। ਕਿਤੇ ਬਚਨ ਕਹੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤਾਂ ਕਿ ਜਗਿਆਸੂ ਦਾ, ਸਿੱਖ ਦਾ ਜਿਹੜਾ ਸੰਬੰਧ ਹੈ ਉਹ ਪ੍ਰਮਾਤਮਾ ਦੇ ਗੁਰੂ ਦੇ ਸ਼ਬਦ ਨਾਲ ਜੁੜ ਜੇ। ਤੇ ਜਿਹੜੀ ਸੁਰਤ ਹੈ ਉਹ ਚੇਲਾ ਬਣ ਕੇ, ਸੇਵਕ ਬਣ ਕੇ ਸ਼ਬਦ ਨਾਲ ਆਪਣੇ ਆਪ ਨੂੰ ਜੋੜ ਕੇ ਇੱਕ ਮਿੱਕ ਹੋ ਜਾਵੇ। ਤੇ ਇਹ ਹੈ ਮਨੁੱਖਾ ਜੀਵਨ ਦੀ ਸਫਲਤਾ ਦਾ ਰਾਜ, ਜਿਹੜਾ ਮੇਰੇ ਸਤਿਗੁਰੂ ਜੀ ਨੇ 10 ਜਾਮਿਆਂ ਦੇ ਵਿੱਚ ਦੱਸਿਆ। ਅੱਜ ਅਸੀਂ ਇਹ ਕਵਾਂਗੇ ਵੀ ਜੇ ਗੁਰੂ ਸ਼ਬਦ ਹੈ ਤੇ ਫਿਰ 10 ਸਰੀਰ ਕਿਉਂ ਧਾਰਨ ਕੀਤੇ? ਇਹਦਾ ਬੜਾ ਸੋਹਣਾ ਉੱਤਰ ਹੈ ਵੀ ਜਿਵੇਂ ਕਿਸੇ ਕੰਧ ਦੇ ਉੱਪਰ ਲਿਖਿਆ ਹੋਵੇ ਵੀ ਇੱਥੇ ਲਿਖਣਾ ਮਨਾ ਹੈ, ਤੇ ਕੋਈ ਇਹ ਕਵੇ ਵੀ ਜੇ ਲਿਖਣਾ ਮਨਾ ਹੈ ਤੇ ਫਿਰ ਲਿਖਿਆ ਕਿਉਂ ਹੈ? ਜਿਵੇਂ ਇਹ ਗੱਲ ਸਮਝਾਉਣ ਲਈ ਵੀ ਲਿਖਣਾ ਮਨਾ ਹੈ, ਲਿਖਣਾ ਪਿਆ। ਇਹ ਦੱਸਣ ਲਈ ਵੀ ਸਰੀਰ ਸਦੀਵੀ ਨਹੀਂ ਹੈ, ਸਰੀਰ ਧਾਰਨ ਕਰਨੇ ਪਏ। ਪਰ ਜਦੋਂ 70 ਸਾਲ 5 ਮਹੀਨੇ ਦੀ ਉਮਰ ਹੋਈ ਤੇ ਕਾਇਆ ਦਾ ਆਦਾਨ ਪ੍ਰਦਾਨ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਕਾਇਆ ਪਲਟ ਕੇ ਗੁਰੂ ਅੰਗਦ ਦੇਵ ਜੀ ਦਾ ਸਰੂਪ ਬਣਾ ਲਿਆ। ਭਾਵ ਸਰੀਰ ਜਿਹੜੇ ਸਨ ਉਹ ਸਦੀਵੀ ਨਹੀਂ। ਜਿਵੇਂ ਕਿਸੇ ਥਾਂ ਤੇ ਕੋਈ ਮਨੁੱਖ ਖਲੋਤਾ ਹੈ ਤੇ ਉਹਦੀ ਡਿਊਟੀ ਆ ਵੀ ਤੂੰ ਇੱਥੇ ਕਿਸੇ ਨੂੰ ਖਲੋਣ ਨਹੀਂ ਦੇਣਾ। ਉਹ ਕਵੇਗਾ ਭਾਈ ਖਲੋਵੋ ਨਾ, ਤੁਰੇ ਚਲੋ ਤੁਰੇ ਚਲੋ। ਤੇ ਜੇ ਕੋਈ ਕਵੇ ਵੀ ਤੂੰ ਕਹਿੰਦਾ ਖਲੋਣਾ ਮਨਾ ਹੈ, ਤੁਰੇ ਚਲੋ, ਤੇ ਆਪ ਕਿਉਂ ਖਲੋਤਾ ਹੈ? ਆਪ ਇਸ ਕਰਕੇ ਖਲੋਤਾ ਵੀ ਇੱਥੇ ਖਲੋਣਾ ਮਨਾ ਹੈ। ਇਵੇਂ ਗੁਰੂ ਸਰੀਰ ਨਹੀਂ, ਗੁਰੂ ਸ਼ਬਦ 10 ਜਾਮੇ ਧਾਰਨ ਕੀਤੇ। ਔਰ ਮੇਰੇ ਸਤਿਗੁਰੂ ਜੀ ਅਕਸਰ ਭਾਈ ਮਰਦਾਨਾ ਜੀ ਨੂੰ ਕਿਹਾ ਕਰਦੇ ਸਨ, ਛੇੜ ਮਰਦਾਨਿਆਂ ਰਬਾਬ ਬਾਣੀ ਆਈ ਹੈ, ਕਾਈ ਸਿਫਤ ਖੁਦਾ ਦੀ ਕਰ ਲਈ ਹੈ। ਤੇ ਭਾਈ ਮਰਦਾਨਾ ਜੀ ਨੂੰ ਕਿਹਾ, ਕਹਿਣ ਲੱਗੇ ਮਾਲਕ ਨੇ, ਖੁਦਾ ਨੇ ਤੈਨੂੰ ਗਲੇ ਦੀ ਦਾਤ, ਸੁਰ ਦੀ ਦਾਤ, ਰਾਗ ਦੀ ਦਾਤ ਬਖਸ਼ੀ ਹੈ। ਤੇ ਜੇ ਕਿਤੇ ਰਾਗ ਵਿੱਚ ਸ਼ਬਦ ਪਾ ਕੇ ਗਾਵੇਂ, ਆ ਤੇਰਾ ਦੋਵਾਂ ਲੋਕਾਂ ਦੇ ਵਿੱਚ ਭਲਾ ਕਰੀਏ। ਮੇਰੇ ਸਤਿਗੁਰੂ ਜੀ ਨੇ ਚਾਹੇ ਸੱਜਣ ਵਰਗੇ ਠੱਗ ਸਨ, ਭੂਮੀਏ ਵਰਗੇ ਚੋਰ ਸਨ, ਨੂਰ ਸ਼ਾਹ ਵਰਗੀਆਂ ਜਾਦੂਗਰਨੀਆਂ ਸਨ, ਚਾਹੇ ਹਮਜਾ ਗੌਸ ਵਰਗੇ ਅਖੌਤੀ ਪੀਰ ਸਨ, ਚਾਹੇ ਕੰਧਾਰੀ ਵਰਗੇ ਵਲੀ ਸਨ, ਸਮੁੱਚੀ ਕਾਇਨਾਤ ਵਿੱਚ ਮੇਰੇ ਗਰੀਬ ਨਵਾਜ਼ ਜੀ ਨੇ ਜਿਸ ਦਾ ਵੀ ਉਧਾਰ ਕੀਤਾ ਉਹ ਸ਼ਬਦ ਦੁਆਰਾ ਕੀਤਾ। ਇਹੀ ਕਾਰਨ ਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਹਰ ਥਾਂ ਤੇ ਸ਼ਬਦ ਨੂੰ, ਉਪਦੇਸ਼ ਨੂੰ ਪ੍ਰਧਾਨ ਰੱਖਿਆ। ਤੇ ਆਪਣੇ ਪਿਆਰੇ ਗੁਰਸਿੱਖ ਭਾਈ ਲਾਲੋ ਨੂੰ ਵੀ ਸੰਬੋਧਨ ਕਰਕੇ ਆਖਿਆ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿਣ ਲੱਗੇ ਜਿਵੇਂ ਮੈਨੂੰ ਮੇਰਾ ਮਾਲਕ ਹੁਕਮ ਕਰਦਾ ਹੈ, ਮੈਂ ਉਵੇਂ ਉਸ ਗਿਆਨ ਨੂੰ, ਉਸ ਉਪਦੇਸ਼ ਨੂੰ ਸੰਸਾਰ ਦੇ ਵਿੱਚ ਵੰਡਦਾ ਹਾਂ, ਕਿਉਂਕਿ ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਿੱਚ ਆਪ ਵਰਤ ਕੇ ਜਿਹੜਾ ਸ਼ਬਦ ਦਾ ਖਜ਼ਾਨਾ ਸੀ ਉਹ ਸੰਸਾਰ ਨੂੰ ਵੰਡਣਾ ਕੀਤਾ। ਤੇ ਜਦੋਂ ਸ਼ਰੀਰਾਂ ਦੀ ਵੀ ਗੱਲ ਆਈ ਤੇ ਉੱਥੇ ਵੀ ਭੱਟ ਸਾਹਿਬਾਨ ਨੇ ਬਚਨ ਕਹੇ ਨੇ, ਗੁਰ ਕਰ ਸ਼ਬਦ ਸੁਪੁੰਨ। ਵੀ ਜੇ ਗੁਰੂ ਧਾਰਨ ਕਰਨਾ ਤੇ ਉਹ ਗੁਰੂ ਧਾਰਨ ਕਰ, ਜਿਵੇਂ ਸ਼ਬਦ ਨੇ ਹੀ ਆਕਾਰ ਧਾਰਨ ਕੀਤਾ ਹੋਵੇ। ਜਿਵੇਂ ਬੀਜ ਤੋਂ ਦਰਖਤ, ਤੇ ਦਰਖਤ ਤੋਂ ਫਲ, ਤੇ ਫਲ ਤੋਂ ਫਿਰ ਬੀਜ, ਸ਼ਬਦ ਤੋਂ ਆਕਾਰ ਧਾਰਨ ਕੀਤਾ ਤੇ 10 ਜਾਮਿਆਂ ਵਿੱਚ ਜਾ ਕੇ ਆਕਾਰ ਫਿਰ ਸਮੇਟ ਲਿਆ। ਤੇ ਫਿਰ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਨੂੰ ਹੁਕਮ ਕੀਤਾ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੱਜ ਵੀ ਜੇ ਅਸੀਂ ਸਿੱਖੀ ਦਾ ਸਫ਼ਰ ਵੇਖਣਾ ਹੋਵੇ, 1469 ਤੋਂ ਲੈ ਕੇ 1708 ਤੱਕ, ਜਿੱਥੇ ਇਹ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਹੈ, ਜਿੱਥੇ ਇਹ ਸਫ਼ਰ ਭਾਈ ਮਰਦਾਨਾ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਸਫ਼ਰ ਹੈ, ਜਿੱਥੇ ਇਹ ਸਫ਼ਰ ਚਰਨ ਪੌਲ ਤੋਂ ਲੈ ਕੇ ਖੰਡੇ ਦੀ ਪੌਲ ਤੱਕ ਦਾ ਸਫ਼ਰ ਹੈ, ਉੱਥੇ ਇਹ ਸਫ਼ਰ ਸੱਚ ਜਾਣਿਓ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੋਂ ਲੈ ਕੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਾਹਿਬ ਤੱਕ ਦਾ ਸਫ਼ਰ ਹੈ। ਇਹ ਰੂਹਾਨੀ ਸਫ਼ਰ ਜਿਹੜਾ ਬਟਾਲੇ ਦੀ ਕੰਧ ਤੋਂ ਸਰਹੰਦ ਦੀ ਕੰਧ ਤੱਕ ਦਾ ਸਫ਼ਰ, ਬਾਬਰ ਦੀ ਹਵਾਲਾਤ ਤੋਂ ਲੈ ਕੇ ਠੰਡੇ ਬੁਰਜ ਦੀ ਕੈਦ ਤੱਕ ਦਾ ਸਫ਼ਰ, ਤੇ ਸੱਚਮੁੱਚ
ਇਹ ਰੂਹਾਨੀ ਸਫ਼ਰ ਜਿਸ ਵਿੱਚ ਮੇਰੇ ਸਤਿਗੁਰੂ ਜੀ ਨੇ 10 ਟਿਕਾਣੇ ਤਬਦੀਲ ਕੀਤੇ, ਪਰ ਗੁਰੂ ਤਬਦੀਲ ਨਾ ਹੋਣ ਦਿੱਤਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, 10 ਜਾਮਿਆਂ ਦੇ ਵਿੱਚ ਇੱਕੋ ਸੁਰ ਵਿੱਚ ਸਤਿਗੁਰੂ ਜੀ ਨੇ ਜਿਹੜਾ ਉਪਦੇਸ਼ ਸੀ ਸੰਸਾਰ ਨੂੰ ਬਖਸ਼ਿਸ਼ ਕੀਤਾ। ਅੱਜ ਵੀ ਅਸੀਂ ਵੇਖਦੇ ਹਾਂ ਜਦੋਂ ਗੁਰੂ ਕੇ ਕੀਰਤਨੀਏ ਗੁਰਬਾਣੀ ਦਾ ਸਾਨੂੰ ਕੀਰਤਨ ਸਰਵਣ ਕਰਵਾਉਂਦੇ ਨੇ ਨਾ, ਆ ਹੁਣੇ ਕੀਰਤਨ ਹੋ ਰਿਹਾ ਸੀ ਤੇ ਘੱਟੋ ਘੱਟ ਵੀ 2 ਹਾਰਮੋਨੀਅਮ ਤੇ 1 ਤਬਲਾ, 3 ਸਾਜ਼ ਤੇ ਆਪਾਂ ਘੱਟੋ ਘੱਟ ਵੇਖੇ ਨੇ। ਸ਼੍ਰੀ ਦਰਬਾਰ ਸਾਹਿਬ ਵੇਖੇ ਨਾਲ ਹੁਣ ਚੌਥਾ ਸਾਜ਼ ਜਿਹਨੂੰ ਆਪਾਂ ਤੰਤੀ ਸਾਜ਼ ਕਹਿੰਦੇ ਆ। ਕਦੇ ਸਮਾਂ ਸੀ ਰਬਾਬ ਨਾਲ ਕੀਰਤਨ ਹੁੰਦਾ ਸੀ, ਸਾਜ਼ਾਂ ਦੀਆਂ ਵੱਖਰੀਆਂ ਵੱਖਰੀਆਂ ਗਿਣਤੀਆਂ ਨੇ, 1 ਤਾਰਾ 2 ਤਾਰਾ। ਔਰ ਸਾਡੇ ਇਤਿਹਾਸ ਨੂੰ ਵੇਖ ਕੇ ਕਿਸੇ ਕਵੀ ਨੇ ਬੜਾ ਸੁੰਦਰ ਵੀ ਲਿਖਿਆ ਕਿ ਲੈਕਰ ਦੋ ਤਾਰਾ ਗਾਵੇ ਸੰਗਤ ਮੇਂ ਵਾਰ ਆਸਾ, ਪਕੜ ਦੋ ਤਾਰਾ ਬਾਹੀ ਛਤਰ ਸਿਰ ਆਰਾ ਹੈ। ਕਿ ਜਿਨ੍ਹਾਂ ਨੇ ਕਦੇ 2 ਤਾਰਾ ਸਾਜ਼ ਪਕੜ ਕੇ ਆਸਾ ਦੀ ਵਾਰ ਦਾ ਕੀਰਤਨ ਗਾਇਆ, ਜੇ ਲੋੜ ਪਈ ਤੇ 2 ਧਾਰਾ 18 ਸ਼ੇਰ ਦਾ ਉਹ ਖੰਡਾ ਖੜਕਾਉਣ ਵਾਸਤੇ ਵੀ ਤੁਰ ਪਏ। ਜਦੋਂ ਲੋਹਗੜ੍ਹ ਦਾ ਯੁੱਧ ਹੋਇਆ ਨਾ, ਤੇ ਉਸ ਵੇਲੇ ਮੁਗਲ ਸਿਖਾਂ ਚੜ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਪਿਆਰੀ ਪੁੱਤਰੀ, ਜਿਨ੍ਹਾਂ ਨੂੰ ਅਕਸਰ ਕਿਹਾ ਕਰਦੇ ਸਨ ਸੁਨ ਪੁੱਤਰੀ ਪ੍ਰਾਨਨ, ਤੇ ਪਿਆਰੀ ਬੀਬੀ ਵੀਰੋ ਦਾ ਆਨੰਦ ਕਾਰਜ ਉੱਥੇ ਉਲੀਕਿਆ ਹੋਇਆ ਸੀ। ਪਰ ਗੋਲੀਆਂ ਵਰਦੀਆਂ ਸਨ, ਤੀਰ ਤਫੰਗ ਚੱਲ ਰਹੇ ਸਨ, ਢਾਲਾਂ ਤੇ ਤਲਵਾਰਾਂ ਖੜਕ ਰਹੀਆਂ ਸਨ, ਤੇ ਸਤਿਗੁਰਾਂ ਨੇ ਉਸ ਵੇਲੇ ਵਰਦੀਆਂ ਗੋਲੀਆਂ ਦੇ ਵਿੱਚ ਡਿਊਟੀ ਲਾਈ ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲੇ ਭਾਈ ਬਾਬਕ ਦੀ, ਕਿ ਘੋੜੇ ਤੇ ਸਵਾਰ ਹੋ ਕੇ ਬੀਬੀ ਵੀਰੋ ਨੂੰ ਪਿੱਛੇ ਬਿਠਾ ਕੇ ਉਹ ਜੰਗ ਯੁੱਧ ਦੇ ਵਿੱਚੋਂ ਬੀਬੀ ਵੀਰੋ ਨੂੰ ਝਬਾਲ ਦੀ ਧਰਤੀ ਤੇ ਲੈ ਕੇ ਗਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਫਤਿਹ ਕੀਤਾ ਤੇ ਫਿਰ ਜਾ ਕੇ ਬੀਬੀ ਵੀਰੋ ਜੀ ਨੂੰ ਤੋਰਿਆ ਸੀ, ਵਿਦਾਇਗੀ ਦਿੱਤੀ ਸੀ। ਮੇਰੇ ਕਹਿਣ ਦਾ ਭਾਵ ਕਿ ਜਿਨ੍ਹਾਂ ਨੇ 2 ਤਾਰਾ ਸਾਜ਼ ਲੈ ਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ, ਜੇ ਲੋੜ ਪਈ ਤੇ ਉਹਨਾਂ ਹੱਥਾਂ ਵਿੱਚ ਸੰਸਾਰ ਨੇ 18 ਸ਼ੇਰ ਦੇ 2 ਧਾਰੇ ਖੰਡੇ ਵੀ ਖੜਕਦੇ ਵੇਖੇ ਨੇ। ਭਾਵ ਸਾਜ਼ ਜਿਹੜੇ ਨੇ ਉਹ ਵੱਖੋ ਵੱਖਰੇ, ਜਿਵੇਂ ਆਤਮ ਰਸ ਕੀਰਤਨ ਦਰਬਾਰ ਜਦੋਂ ਹੁੰਦਾ ਸੀ ਤੇ ਗੁਰੂ ਕੇ ਪ੍ਰਸਿੱਧ ਕੀਰਤਨੀਏ ਇੱਕੋ ਸਟੇਜ ਤੇ ਬੈਠ ਕੇ 10 ਜਾਂ 12 ਅਸੀਂ ਵੇਖਦੇ ਹਾਂ ਵੱਖਰੇ ਵੱਖਰੇ ਸਾਜ਼ ਲੈ ਕੇ ਉਹ ਵਜਾਉਂਦੇ ਸਨ। ਹੁਣ ਜੇ ਆਪਾਂ ਸਾਜ਼ਾਂ ਵੱਲ ਵੇਖਦੇ ਸਾਂ ਤੇ ਸਾਜ਼ ਵੱਖਰੇ ਵੱਖਰੇ ਸਨ, ਸਾਜ਼ਾਂ ਦੇ ਨਾਮ ਵੱਖਰੇ ਵੱਖਰੇ ਸਨ, ਪਰ ਉਹਨਾਂ 10 15 20 ਸਾਜ਼ਾਂ ਦੇ ਵਿੱਚੋਂ ਜਿਹੜਾ ਰਾਗ ਸੀ, ਜਿਹੜੀ ਸੁਰ ਸੀ, ਉਹ ਵੱਖਰੀ ਵੱਖਰੀ ਨਹੀਂ ਸੀ। ਇੱਕ ਸਟੇਜ ਤੇ ਬਹਿ ਕੇ 5 ਸਾਜ਼ ਹੋਣ, 10 ਸਾਜ਼ ਹੋਣ, 20 ਸਾਜ਼ ਹੋਣ, ਉਹਨਾਂ ਵਿੱਚੋਂ ਸੁਰ ਇੱਕ ਨਿਕਲੇਗੀ। ਤੇ ਬਿਲਕੁਲ ਇਹ ਅਟਲ ਸਚਾਈ ਹੈ ਕਿ 10 ਜਾਮਿਆਂ ਦੇ ਵਿੱਚ ਇੱਕੋ ਸੁਰ ਅਲਾਪ ਕੀਤੀ ਗਈ। ਉਹ ਸੁਰ ਸੀ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਉਹ ਸੁਰ ਸੀ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਉਹ ਸੁਰ ਸੀ ਕਿ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਏ, ਵੀ ਸਾਰਾ ਕੁਝ ਵਿਸਰ ਜਾਏ ਪਰ ਇੱਕ ਪਰਮਾਤਮਾ ਜਿਹੜਾ ਸਾਨੂੰ ਨਹੀਂ ਵਿਸਰਨਾ ਚਾਹੀਦਾ। ਇੱਕੋ ਸੁਰ ਤਾਲ ਦੇ ਵਿੱਚ ਮੇਰੇ ਗਰੀਬ ਨਵਾਜ਼ ਜੀ ਨੇ ਸਾਨੂੰ ਜਿਹੜਾ ਸਿਧਾਂਤ ਸੀ ਉਹ 10 ਜਾਮਿਆਂ ਦੇ ਵਿੱਚ ਦ੍ਰਿੜ ਕਰਵਾਇਆ। ਗਰੀਬ ਨਵਾਜ਼ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਚਾਰ ਕਰਦੇ ਤੇ ਸਤਿਗੁਰੂ ਜੀ ਨੇ ਆਪਣੀ ਸਰੀਰਕ ਹਿਆਤੀ ਦੇ ਵਿੱਚ ਜਿੱਥੇ ਗੁਰਬਾਣੀ ਪਾਠ, ਗੁਰਬਾਣੀ ਕੀਰਤਨ ਦੀ ਮਰਿਆਦਾ ਆਰੰਭ ਕੀਤੀ, ਕਿਉਂਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲਾ ਜਾਪ ਉਚਾਰਾ। ਜਿੱਥੇ ਬਾਣੀ ਨੂੰ ਗਾਇਆ ਜਾਂਦਾ, ਕੀਰਤਨ ਹੁੰਦਾ, ਉੱਥੇ ਗੁਰਬਾਣੀ ਦੇ ਪਾਠ ਦੀ ਮਰਿਆਦਾ ਵੀ ਸਤਿਗੁਰਾਂ ਨੇ ਆਪ ਆਰੰਭ ਕੀਤੀ। ਤੇ ਤੀਸਰਾ ਗੁਰਬਾਣੀ ਨੂੰ ਪੜ੍ਹਨ ਦਾ ਤਰੀਕਾ, ਜਿਹਨੂੰ ਆਪਾਂ ਕਥਾ ਵਿਚਾਰ ਕਹਿੰਦੇ ਆ, ਗਰੀਬ ਨਵਾਜ਼ ਜੀ ਸ਼ਬਦ ਦੀ ਵਿਚਾਰ ਆਪ ਕਰਿਆ ਕਰਦੇ ਸਨ। ਇਹੀ ਕਾਰਨ ਕਿ ਸਤਿਗੁਰੂ ਜੀ ਤੋਂ ਜਿਹੜੀ ਸ਼ਬਦ ਦੀ ਵਿਚਾਰ ਭਾਈ ਭਗੀਰਥ ਜੀ ਨੇ ਸੁਣੀ, ਜਿਹੜੀ ਵਿਚਾਰਧਾਰਾ ਭਾਈ ਮਨਸੁਖ ਜੀ ਨੇ ਸੁਣੀ, ਉਹ ਵਿਚਾਰਧਾਰਾ ਦਾ ਪ੍ਰਚਾਰ ਸੰਗਲਾ ਦੀਪ ਤੱਕ, ਰਾਜੇ ਸ਼ਿਵਨਾਭ ਤੱਕ ਪਹੁੰਚਿਆ।
ਤੇ ਵੇਖੋ 3 ਕਰੋੜ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਰੀਰਕ ਹਿਆਤੀ ਵਿੱਚ ਉਪਦੇਸ਼ ਦੇ ਕੇ ਗੁਰੂ ਨਾਨਕ ਨਾਮ ਲੇਵਾ ਬਣਾਇਆ ਸੀ। ਇੱਕ ਤੋਂ ਦੂਸਰਾ, ਦੂਸਰੇ ਤੋਂ ਜਿਹੜਾ ਤੀਸਰਾ ਦੀਵਾ ਸੀ ਐਵੇਂ ਜਗਦਾ ਸੀ, ਕਿਉਂਕਿ ਸ਼ਬਦ ਦੀ ਵਿਚਾਰ ਜਿਹੜੀ ਸੀ ਉਹ ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਜਦੋਂ ਐਵੇਂ ਰੋਸ਼ਨ ਕਰਦੀ। ਤੇ ਅੱਜ ਵੀ ਸਤਿਗੁਰੂ ਜੀ ਨੇ ਸਾਨੂੰ ਪ੍ਰੇਰਨਾ ਕੀਤੀ, ਗੁਰ ਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਗੁਰੂ ਦਾ ਗਿਆਨ ਸਾਡੇ ਜੀਵਨ ਵਿੱਚ ਬਲੇਗਾ ਤੇ ਅਗਿਆਨਤਾ ਦਾ ਹਨੇਰਾ ਆਪਣੇ ਆਪ ਦੂਰ ਹੋ ਜਾਣਾ। ਠੇਡੇ ਉਦੋਂ ਲੱਗਦੇ ਨੇ, ਡਿੱਗਦੇ ਉਦੋਂ ਅਸੀਂ ਆ, ਠੋਕਰਾਂ ਉਦੋਂ ਵੱਜਦੀਆਂ ਨੇ ਜਦੋਂ ਚਾਨਣ ਛੱਡ ਕੇ ਅਸੀਂ ਹਨੇਰੇ ਵਿੱਚ ਤੁਰਨ ਦਾ ਯਤਨ ਕਰਦੇ। ਸਾਹਿਬ ਦੇ ਬਚਨ ਨੇ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਾ ਰਤਨ ਪਦਾਰਥ ਲਾਦਾ। ਗਰੀਬ ਨਵਾਜ ਜੀ ਨੇ ਆਪ ਸ਼ਬਦ ਦੀ ਵਿਚਾਰ ਵੀ ਆਰੰਭ ਕੀਤੀ। ਕਹਿੰਦੇ ਇੱਕ ਦਿਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਸੇ ਤਰ੍ਹਾਂ ਸੰਗਤਾਂ ਜੁੜੀਆਂ ਸਨ। ਸਤਿਗੁਰਾਂ ਨੇ ਧਰਮਸ਼ਾਲਾ ਦੇ ਵਿੱਚ ਆਪ ਸ਼ਬਦ ਦੀ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ। ਤੇ ਜਦੋਂ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਸੰਗਤ ਵਿੱਚ ਦੋ ਸਕੇ ਭਰਾ ਭਾਈ ਖੇਡਾ ਤੇ ਭਾਈ ਪਿਰਥਾ ਆ ਕੇ ਬੈਠੇ, ਉਹਨਾਂ ਨੂੰ ਬੜਾ ਆਨੰਦ ਆਇਆ। ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਦੋਵਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸੰਗਤ ਵਿੱਚ ਜਿਹੜੇ ਸਿੱਖ ਬੈਠੇ ਨੇ ਇਹ ਕਿਰਤੀ ਹੈ, ਇਹਨਾਂ ਸਾਰਿਆਂ ਨੇ ਕਰਤਾਰਪੁਰ ਸਾਹਿਬ ਤੋਂ ਆਪੋ ਆਪਣੇ ਨਗਰਾਂ ਨੂੰ, ਪਿੰਡਾਂ ਨੂੰ ਪਰਤ ਜਾਣਾ ਹੈ। ਕਿਸੇ ਨੇ ਜਾ ਕੇ ਖੇਤਾਂ ਵਿੱਚ ਹਲ ਚਲਾਉਣਾ, ਕਿਸੇ ਨੇ ਦੁਕਾਨ ਵਿੱਚ ਬੈਠਣਾ, ਕਿਸੇ ਨੇ ਵਪਾਰ ਕਰਨਾ, ਕਿਸੇ ਨੇ ਨੌਕਰੀ ਆਪਣੀ ਡਿਊਟੀ ਕਰਨੀ ਹੈ। ਕੁਝ ਐਸਾ ਨਹੀਂ ਹੋ ਸਕਦਾ ਵੀ ਅਸੀਂ ਤੁਹਾਡੇ ਤੋਂ ਦੂਰ ਨਾ ਹੋਈਏ ਤੇ ਤੁਸੀਂ ਸਾਡੇ ਤੋਂ ਦੂਰ ਨਾ ਹੋਵੋ। ਕਿ ਜਿਹੜਾ ਆਨੰਦ ਅੱਜ ਕਰਤਾਰਪੁਰ ਸਾਹਿਬ ਸੰਗਤ ਵਿੱਚ ਧਰਮਸ਼ਾਲਾ ਵਿੱਚ ਬੈਠ ਕੇ ਸ਼ਬਦ ਦੀ ਵਿਚਾਰ ਸੁਣ ਕੇ ਆਇਆ, ਵੀ ਤੁਸੀਂ ਕਰਤਾਰਪੁਰ ਸਾਹਿਬ ਹੋਵੋ ਤੇ ਅਸੀਂ ਆਪੋ ਆਪਣੇ ਪਿੰਡਾਂ ਵਿੱਚ ਹੋਈਏ, ਕੀ ਇਹ ਆਨੰਦ ਇਵੇਂ ਬਣਿਆ ਰਹਿ ਸਕਦਾ? ਤੇ ਮੇਰੇ ਸਤਿਗੁਰੂ ਜੀ ਨੇ ਕਿਹਾ ਸੀ ਇੱਕ ਸ਼ਰਤ। ਉਹ ਸ਼ਰਤ ਕਿਹੜੀ? ਵੀ ਤੁਹਾਨੂੰ ਸਰੀਰ ਨਾਲੋਂ ਸ਼ਬਦ ਨਾਲ ਜੁੜਨਾ ਪਵੇਗਾ, ਕਿਉਂਕਿ ਜਿੱਥੇ ਸਰੀਰ ਦਾ ਮਿਲਾਪ ਹੈ ਉੱਥੇ ਸਰੀਰ ਕਰਕੇ ਵਿਛੋੜਾ ਵੀ ਹੈ। ਜਿੱਥੇ ਸਰੀਰ ਕਰਕੇ ਨੇੜਤਾ ਹੈ ਉੱਥੇ ਸਰੀਰ ਕਰਕੇ ਦੂਰੀ ਵੀ ਹੈ। ਪਰ ਸ਼ਬਦ ਜਿਹੜਾ, ਸ਼ਬਦ ਕਰਕੇ ਕਦੇ ਵਿਛੋੜਾ ਨਹੀਂ ਪਵੇਗਾ, ਸ਼ਬਦ ਕਰਕੇ ਕਦੇ ਤੁਹਾਨੂੰ ਦੂਰੀ ਨਹੀਂ ਬਣੇਗੀ। ਜੇ ਸ਼ਬਦ ਨਾਲ ਜੁੜ ਜਾਓਗੇ ਤੇ ਸੱਚਮੁੱਚ ਤੁਸੀਂ ਸਾਡੇ ਤੋਂ ਦੂਰ ਨਹੀਂ ਹੋਵੋਗੇ ਤੇ ਅਸੀਂ ਤੁਹਾਡੇ ਤੋਂ ਦੂਰ ਨਹੀਂ ਹੋਵਾਂਗੇ। ਅੱਜ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸ਼ਰੀਰਾਂ ਵਿੱਚੋਂ ਜਾਂ ਤਸਵੀਰਾਂ ਵਿੱਚੋਂ ਲੱਭਣ ਦੀ ਬਜਾਏ ਜਪਜੀ ਸਾਹਿਬ ਵਿੱਚੋਂ ਵੇਖੀਏ ਤੇ ਕਹੀਏ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਗੁਰੂ ਨਾਨਕ ਸਾਹਿਬ ਜੀ ਬਾਣੀ ਕਰਕੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਿਰਾਜਮਾਨ ਨੇ। ਸ਼ਬਦ ਕਰਕੇ, ਗਿਆਨ ਕਰਕੇ ਤੇ ਵੇਖਣ ਦਾ ਯਤਨ ਕਰੀਏ। ਮੇਰੇ ਸਤਿਗੁਰੂ ਜੀ ਨੇ ਜੋ ਉਪਦੇਸ਼ ਉਹਨਾਂ ਸਿੱਖਾਂ ਨੂੰ ਬਖਸ਼ਿਸ਼ ਕੀਤਾ, ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਹ ਗੱਲਬਾਤ ਉਹਨਾਂ ਅੰਕਿਤ ਕੀਤੀ ਹੈ। ਉਹ ਲਿਖਦੇ ਨੇ, ਇੱਕ ਦਿਨ ਸੰਗਤ ਕੇਰ ਮਝਾਰੇ, ਬੈਠੇ ਸ਼੍ਰੀ ਪ੍ਰਭ ਸ਼ਬਦ ਵਿਚਾਰੇ, ਖੇਡਾ ਪਿਰਥਾ ਦਰਸ਼ਨ ਆਸੂ, ਚੱਲ ਆਏ ਸ਼੍ਰੀ ਨਾਨਕ ਪਾਸੂ। ਕਹਿੰਦੇ ਇੱਕ ਦਿਨ ਸ਼ਬਦ ਦੀ ਵਿਚਾਰ ਜਦੋਂ ਗੁਰੂ ਨਾਨਕ ਸਾਹਿਬ ਕਰ ਰਹੇ ਸਨ ਤੇ ਭਾਈ ਖੇਡਾ ਜੀ ਤੇ ਭਾਈ ਪਿਰਥਾ ਜੀ ਉਹਨਾਂ ਨੇ ਆਣ ਕੇ ਬੇਨਤੀ ਕੀਤੀ, ਗਰੀਬ ਨਵਾਜ ਅਸੀਂ ਤੁਹਾਡਾ ਦਰਸ਼ਨ ਕੀਤਾ, ਕਿਰਪਾ ਕਰੋ। ਤੇ ਇਹ ਸੁਣ ਕੇ ਸ਼੍ਰੀ ਪ੍ਰਭ ਬੋਲੇ, ਹਮ ਪੱਗ ਤੈਵਾਂ। ਸਭ ਤੋਂ ਪਹਿਲਾਂ ਕਿਹਾ, ਕਹਿਣ ਲੱਗੇ ਸਾਡੇ ਚਰਨ ਲੱਭਦੇ ਹੋ ਨਾ। ਪੱਗ ਦਾ ਮਤਲਬ ਹੁੰਦਾ ਚਰਨ। ਵੈਸੇ ਗੁਰਬਾਣੀ ਵਿੱਚ ਜਦੋਂ ਇਹਨੂੰ ਭਾਰਾ ਕਰਕੇ ਪੜਾਂਗੇ ਕਿ ਫਰੀਦਾ ਮੈਂ ਭੁਲਾਵਾ ਪੱਗ ਦਾ, ਪੱਗ ਦਾ ਮਤਲਬ ਹੈ ਜਿਹੜੇ ਸਿਰ ਤੇ ਆਪਾਂ ਦਸਤਾਰ ਸਜਾਉਂਦੇ ਹਾਂ। ਤੇ ਜਦੋਂ ਇਹਨੂੰ ਅਦਕ ਤੋਂ ਬਿਨਾਂ ਪੜਾਂਗੇ ਪੱਗ, ਤੇ ਪੱਗ ਦਾ ਅਰਥ ਹੁੰਦਾ ਪੈਰ। ਜਿਵੇਂ ਸਿਰ ਕੰਪਿਓ ਪੱਗ ਡਗ ਮਗੇ, ਨੈਣ ਜੋਤ ਤੇ ਹੀਨ। ਹੁਣ ਇਸੇ ਕਰਕੇ ਗੁਰਬਾਣੀ ਬੜਾ ਧਿਆਨ ਮੰਗਦੀ ਹੈ, ਜਥਾ ਪ੍ਰਕਰਨ ਤਥਾ ਅਰਥ। ਪ੍ਰਕਰਨ ਦੇ ਮੁਤਾਬਕ ਅਰਥ, ਪ੍ਰਕਰਨ ਦੇ ਮੁਤਾਬਕ ਜਿਹੜਾ ਹੈ ਉਹ ਉਚਾਰਨ ਹੋਣਾ। ਜਿਵੇਂ ਸ਼ਬਦ ਹੈ ਵਾਵਾ ਤੇ ਲੱਲਾ ਵੱਲ, ਤੇ ਜਦੋਂ ਪੜਾਂਗੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਸ਼ੰਦਾ। ਤੇ ਜਦੋਂ ਆਪਾਂ ਕਵਾਂਗੇ ਵੀ ਤੈਨੂੰ ਇਸ ਕੰਮ ਦਾ ਵੱਲ ਹੈ
ਤੇ ਉੱਥੇ ਵਲ ਦਾ ਅਰਥ ਹੋਵੇਗਾ ਵੀ ਤੈਨੂੰ ਤਰੀਕਾ ਹੈ। ਜਦੋਂ ਇਹੀਓ ਸ਼ਬਦ ਵੀ ਵਲ ਛਲ ਕਰ ਝੱਟ ਕੱਢ ਦੇ, ਉੱਥੇ ਵਲ ਛਲ ਦਾ ਅਰਥ ਹੁੰਦਾ ਵਿੰਗਾਪਨ, ਟੇਢਾਪਨ, ਅੰਦਰ ਦਾ ਕਪਟ। ਪ੍ਰਕਰਨ ਮੁਤਾਬਕ ਉਚਾਰਨ ਹੋਣਾ, ਪ੍ਰਕਰਨ ਮੁਤਾਬਕ ਅਰਥ ਹੋਣੇ ਨੇ। ਗਰੀਬ ਨਵਾਜ ਜੀ ਉਹਨਾਂ ਨੂੰ ਉਪਦੇਸ਼ ਦੇਣ ਲੱਗਿਆਂ ਕਹਿਣ ਲੱਗੇ, ਜੇ ਸਾਡੇ ਚਰਨ ਲੱਭਣੇ ਨੇ ਨਾ ਤੇ ਚਰਨ ਕੇਵਲ ਸਰੀਰ ਨਾਲ ਜੁੜੇ ਹੋਏ ਹੱਡ ਮਾਸ ਦੇ ਪੈਰ ਨਹੀਂ। ਸ਼੍ਰੀ ਪ੍ਰਭ ਬੋਲੇ ਹਮ ਪੱਗ ਤਹਿਵਾਂ, ਸਦਾ ਬਸੈ ਸਤ ਸੰਗਤ ਜਹਿਵਾਂ। ਜਿੱਥੇ ਸੰਗਤ ਜੁੜਦੀ ਹੈ ਸਾਡੇ ਚਰਨ ਉੱਥੇ ਨੇ। ਤੇ ਅੱਜ ਵੀ ਸਾਡਾ ਸਭ ਤੋਂ ਵੱਡਾ ਮਸਲਾ ਇਹੀ ਹੈ ਕਿ ਆਪਾਂ ਕਵਾਂਗੇ ਗੁਰੂ ਕੇ ਚਰਨ, ਪਰਮਾਤਮਾ ਦੇ ਚਰਨ, ਤੇ ਉਹ ਚਰਨ ਕਿਹੜੇ ਨੇ? ਤੇ ਬਹੁਤੀ ਵਾਰ ਤਾਂ ਲੋਕੀ ਸ਼ਰੀਰਾਂ ਨਾਲ ਜੁੜੇ ਹੋਏ ਪੈਰਾਂ ਨੂੰ ਚਰਨ ਮੰਨੀ ਬੈਠੇ ਨੇ। ਤੇ ਜੇ ਕਿਸੇ ਨੂੰ ਸੋਝੀ ਆ ਵੀ ਗਈ ਤੇ ਉਹ ਫਿਰ ਕੀ ਕਰੇਗਾ ਵੀ ਜਿਸ ਮੰਜੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ, ਉਸ ਮੰਜੀ ਸਾਹਿਬ ਦੇ ਪਾਵਿਆਂ ਨੂੰ ਕਈ ਪੈਰ ਮੰਨੀ ਜਾਂਦੇ। ਇੱਥੇ ਤੱਕ ਕਿ ਜਿਸ ਰਖੜੀ ਤੋਂ ਸਤਿਗੁਰਾਂ ਸਾਨੂੰ ਵਰਜਿਆ ਸੀ, ਰਾਖਾ ਏਕ ਹਮਾਰਾ ਸੁਆਮੀ। ਵੈਸੇ ਅਸੀਂ ਅੱਜ ਬਿਲਕੁਲ ਚੰਗੀ ਤਰ੍ਹਾਂ ਸਮਝਦੇ ਹਾਂ ਵੀ ਕਿਹੜੀ ਗੱਲ ਪੁਰਾਤਨ ਹੈ ਤੇ ਕਿਹੜੀ ਨਵੀਨ ਹੈ। ਤੇ ਤਸਵੀਰਾਂ ਵਿੱਚ ਜਿਹੜੀ ਰਖੜੀ ਬੇਬੇ ਨਾਨਕੀ ਵੱਲੋਂ ਗੁਰੂ ਨਾਨਕ ਸਾਹਿਬ ਦੇ ਹੱਥ ਤੇ ਬੰਨੀ ਹੋਈ ਦਿਖਾਈ ਜਾਂਦੀ ਹੈ ਨਾ, ਇਹ ਰਖੜੀ ਉਦੋਂ ਨਹੀਂ ਸੀ ਹੁੰਦੀ। ਇਹ ਰਖੜੀ ਇਸ ਵਰਤਮਾਨ ਸਮੇਂ ਦੀ। ਉਹ ਆਪੇ ਹੀ ਫੜੇ ਜਾਂਦੇ ਨੇ ਵੀ ਉਹਨਾਂ ਨੇ ਗਲਤ ਮੈਸੇਜ ਕਨਵੇ ਕੀਤਾ ਹੈ, ਕਿਉਂਕਿ ਗੁਰੂ ਘਰ ਦੇ ਵਿੱਚ ਰਾਖਾ ਏਕ ਹਮਾਰਾ ਸੁਆਮੀ ਦਾ ਸਿਧਾਂਤ ਹੈ। ਤੇ ਕਈ ਰਖੜੀਆਂ ਨਿਸ਼ਾਨ ਸਾਹਿਬ ਨੂੰ ਬੰਨਣਗੇ, ਮੰਜੀ ਸਾਹਿਬ ਦੇ, ਪੀੜਾ ਸਾਹਿਬ ਦੇ ਪਾਵਿਆਂ ਨੂੰ ਆਣ ਕੇ ਬੰਨਣਗੇ। ਉਹ ਇਹੀ ਸਮਝੀ ਜਾਂਦੇ ਨੇ ਵੀ ਸ਼ਾਇਦ ਮੰਜੀ ਸਾਹਿਬ ਦੇ ਪਾਵੇ ਜਿਹੜੇ ਨੇ ਇਹ ਗੁਰੂ ਦੇ ਚਰਨ ਨੇ। ਜਦੋਂ ਆਪਾਂ ਕਹਿੰਦੇ ਗੁਰ ਕੇ ਚਰਨ ਜੀ ਕਾ ਨਿਸਤਾਰਾ, ਜਾਂ ਹਰ ਹਰ ਚਰਨ ਹਿਰਦੈ ਉਰ ਧਾਰੇ। ਹੁਣ ਚਰਨ ਸ਼ਬਦ ਜਿਹੜਾ ਹੈ ਨਾ, ਇਹਦਾ ਅੱਖਰੀ ਅਰਥ ਕੇਵਲ ਪੈਰ ਨਹੀਂ ਹੈ। ਜਿਵੇਂ ਕਿਸੇ ਪੁਸਤਕ ਦੇ ਵਿੱਚ ਅਸੀਂ ਪੰਜਾਬੀ ਵਿੱਚ ਤੂਤਾਂ ਵਾਲਾ ਖੂਹ ਪੜ੍ਹਦੇ ਸਾਂ ਤੇ ਉਹਦੇ ਜਿਹੜੇ ਵੱਖਰੇ ਵੱਖਰੇ ਅਧਿਆਏ ਸਨ, ਉਹਨਾਂ ਨੂੰ ਵੱਖਰੇ ਵੱਖਰੇ ਕਾਂਡ ਤੇ ਉਹਨਾਂ ਦੇ ਵੱਖਰੇ ਵੱਖਰੇ ਜਿਹੜੇ ਕਾਂਡ ਸਨ, ਉਹਨਾਂ ਦੇ ਵਿੱਚ ਪਹਿਲਾ ਚਰਨ, ਦੂਜਾ ਚਰਨ, ਜਿਵੇਂ ਵੱਖਰੇ ਵੱਖਰੇ ਪੈਰੇ ਅਸੀਂ ਪੜ੍ਹਦੇ ਸਾਂ ਤੇ ਉਹਨਾਂ ਨੂੰ ਚਰਨ ਕਿਹਾ ਜਾਂਦਾ ਸੀ। ਹੁਣ ਇੱਕ ਕਿਤਾਬ ਦੇ ਵਿੱਚ ਕੋਈ ਲੇਖ ਹੋਵੇ ਤੇ ਉੱਥੇ ਚਰਨ ਦਾ ਮਤਲਬ ਹੁੰਦਾ ਹੈ ਵੀ ਉਹਦਾ ਇੱਕ ਪੈਰਾ, ਉਹਦਾ ਇੱਕ ਹਿੱਸਾ। ਇਸੇ ਤਰ੍ਹਾਂ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਜਦੋਂ ਇਸ ਇਜਲਾਸ ਚੱਲਦੇ ਨੇ ਤੇ ਕਈ ਵਾਰ ਅਸੀਂ ਖਬਰਾਂ ਵਿੱਚ ਸੁਣਦੇ ਹਾਂ ਕਿ ਅੱਜ ਵਿਧਾਨ ਸਭਾ ਦੇ, ਲੋਕ ਸਭਾ ਦੇ ਪਹਿਲੇ ਚਰਨ ਵਿੱਚ ਆਹ ਮਤੇ ਪਾਸ ਕੀਤੇ ਗਏ। ਹੁਣ ਵਿਧਾਨ ਸਭਾ ਜਾਂ ਲੋਕ ਸਭਾ ਕੋਈ ਸਰੀਰ ਨਹੀਂ ਹੈ। ਜੇ ਆਪਾਂ ਕਹੀਏ ਵੀ ਚਰਨ ਸਰੀਰ ਨਾਲ ਜੁੜੇ ਪੈਰ ਹੀ ਹੁੰਦੇ ਨੇ। ਹੁਣ ਵਿਧਾਨ ਸਭਾ ਤੇ ਲੋਕ ਸਭਾ ਦੇ ਚਰਨ ਦਾ ਮਤਲਬ ਹੈ ਪਹਿਲਾ ਸੈਸ਼ਨ, ਦੂਜਾ ਸੈਸ਼ਨ। ਉੱਥੇ ਸੈਸ਼ਨ ਨੂੰ ਜਿਹੜਾ ਚਰਨ ਸ਼ਬਦ ਜਿਹੜਾ ਉੱਥੇ ਵਰਤਿਆ ਗਿਆ। ਤੇ ਜਦੋਂ ਅਸੀਂ ਗੁਰਬਾਣੀ ਵਿੱਚੋਂ ਪੜਾਂਗੇ ਕਿ ਗੁਰੂ ਦੇ ਚਰਨ ਕਿਹੜੇ ਨੇ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਜੇ ਅਸੀਂ ਚਰਨ ਗੁਰੂ ਦੇ ਹਿਰਦੇ ਵਿੱਚ ਵਸਾਉਣੇ ਨੇ ਤੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਤੇ ਜੇ ਸਾਡਾ ਚਿੱਤ ਕਰੇ ਵੀ ਆਪਾਂ ਗੁਰੂ ਦੀ ਮੂਰਤ ਦਾ ਧਿਆਨ ਧਰਨਾ ਤੇ ਆਪਾਂ ਭਾਈ ਗੁਰਦਾਸ ਜੀ ਨੂੰ ਪੁੱਛ ਲਈਏ ਵੀ ਗੁਰੂ ਦੀ ਮੂਰਤ ਕਿਹੜੀ ਹੈ। ਤੇ ਭਾਈ ਗੁਰਦਾਸ ਜੀ ਉੱਤਰ ਦੇਣਗੇ, ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਸੱਚਮੁੱਚ ਜਿਹੜੀ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮੇਰੇ ਗੁਰੂ ਨਾਨਕ ਸਾਹਿਬ ਨੇ ਪ੍ਰਮਾਤਮਾ ਦੀ ਤਸਵੀਰ ਬਣਾਈ ਹੈ ਨਾ, ਉਹ ਅੱਜ ਤੱਕ ਕਦੇ ਕੋਈ ਬਣਾ ਹੀ ਨਹੀਂ ਸਕਿਆ। ਪਰਮਾਤਮਾ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ। ਉਹਨੂੰ ਕਿਸੇ ਦਾ ਡਰ ਨਹੀਂ, ਉਹਦਾ ਕਿਸੇ ਨਾਲ ਵੈਰ ਨਹੀਂ। ਗੁਣਾਂ ਵਾਲੀ ਤਸਵੀਰ ਬਣਾਈ। ਸਾਹਿਬ ਕਹਿੰਦੇ ਆਹ ਤਸਵੀਰ ਜਿਹੜੀ ਮੂਲ ਮੰਤਰ ਹੈ ਨਾ, ਇਹਨੂੰ ਆਪਣੇ ਹਿਰਦੇ ਵਿੱਚ ਵਸਾਓ। ਇਹੋ ਜੀ ਤਸਵੀਰ ਅੱਜ ਤੱਕ ਨਾ ਕਿਸੇ ਨੇ ਬਣਾਈ ਤੇ ਨਾ ਕੋਈ ਬਣਾ ਸਕੇਗਾ, ਕਿਉਂਕਿ ਪਰਮਾਤਮਾ ਦੇ ਚਰਨ, ਚਿੱਤ ਚਰਨ ਨਾਮ, ਹਿਰਦੇ ਵਿੱਚ ਨਾਮ ਨੂੰ ਵਸਾਉਣਾ ਪਰਮਾਤਮਾ ਦੇ ਚਰਨ ਨੇ। ਤੇ ਗੁਰੂ ਦੇ ਚਰਨ ਨੇ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਕੀ ਬਾਣੀ, ਇਹ ਹਿਰਦੇ ਵਿੱਚ ਵਸਾ ਲਈਏ। ਗੁਰੂ ਦੇ ਚਰਨ ਹਿਰਦੇ ਵਿੱਚ ਵਸਾਉਣੇ ਨੇ। ਜਦੋਂ ਕਵੀ ਸੰਤੋਖ ਸਿੰਘ ਜੀ ਨੇ ਉਸ ਗੱਲਬਾਤ ਦਾ ਜ਼ਿਕਰ ਕੀਤਾ, ਇੱਕ ਦਿਨ ਸੰਗਤ ਕੀਰ ਮਝਾਰਾ, ਬੈਠੇ ਸ਼੍ਰੀ ਪ੍ਰਭ ਸ਼ਬਦ ਵਿਚਾਰਾ।
खेडा पिरथा दर्शन आसू, चल आए श्री नानक पासू। श्री प्रभ बोले हम पग तैवा। सतगुरु कहन लगे साडे पग साडे चरण उथे ने, सदा बसै सत संगत जैवा। जिथे गुरु की संगत जुड़दी है। ते अगला उपदेश बख्शिश कीता सी, धर्म किरत कर वंड जे खाओ, चरण शरण इਉਂ नित जे कमाओ। भी साडे चरण केवल शरीर नाल जुड़े पैर नहीं, साडे चरण केवल करतारपुर साहब तक सीमित नहीं। जदों तुसी धर्म की किरत करके वंड के छकोगे, ते जिथे भी तुसी धर्म की किरत करके वंड के छकोगे, ये साडी चरण शरण है। सतगुरां ने इशारा किया, कहन लगे श्री प्रभ बोले हम पग तैवा, सदा बसै सत संगत जैवा। धर्म किरत कर वंड जे खाओ, चरण शरण इਉਂ नित जे कमाओ। मिले शरीर बिशर से जावै, शब्द मिले ना बिशर न पावै। ਜਿਹੜੇ शरीरां नाल जुड़नगे, शरीरां दा जिथे मिलाप है उत्थे एक दिन विछोड़ा पैना है। ते जे शब्द नाल जुड़ जाओगे ते फिर हिरदे विचों आवाज आवेगी, सतगुर मेरा सदा सदा, सतगुर मेरा सदा सदा। ना आवे ना जाए, ना आवे ना जाए। ओ अबनासी पुरख है, ओह अबनासी पुरख है। सब मैं रहया समाए, सब मैं रहया समाए। सब कहन लगे मेरा सतगुरु सदा सदा है। वो ना आउंदा ते ना जांदा है, ते सच्ची मुच्ची वो शब्द रूप विच ज्ञान रूप विच ही ऐसा सतगुरु जिहड़ा है वो साडी अगवाई कर सकदा है। जदों धन गुरु अंगद देव महाराज जी का समा आया, उन्होंने गुरता गद्दी बख्शिश की गुरु नानक साहब जी ने। ते गुरता गद्दी बख्शिश कर लग्या सब तो वड्डी दात, सब तो वड्डा जिहड़ा खजाना सी ना, वो गुरबाणी दियां पोथियां गुरु नानक साहब जी वालों गुरु अंगद देव जी नूं बख्शिश कीतियां गईयां। पुरातन जन्म साखी वे जिक्र है, तित महल शब्द जो हुआ, सो पोथी जबान गुर अंगद जोग मिली। गुरु नानक साहब जी की अपनी बाणी, उन्होंने जिहड़ी भगत बाणी एकत्र की, समुचा खजाना गुरु अंगद देव जी की झोली विच पाया ते कहा, पुरखा सब तो वड्डी जिम्मेवारी गुरबाणी का सत्कार, गुरबाणी नाल प्यार ते गुरबाणी का प्रचार। सतगुरु गुरु अंगद देव महाराज जी ने गुरु की बाणी नूं पढ़िया सुनिया, लिव जोड़ी, प्रचार किया ते नाले उन्हां दे हिरदे विचों 63 श्लोक उचारण हुए। उन्हां 63 श्लोकां विचों एक श्लोक गुरबाणी की महिमा दे परथाए भी उन्होंने उचारण किया। ते जिहदी उथानक है कि जदों जोगी लोग पहाड़ां तो उतर के खडूर साहब की धरती के आस पास मैदानी इलाके विच विचर रहे सन, उन्हां दे मन विच आया कि गुरु नानक साहब जी जिन्हां दे अगे सारा संसार झुकिया, क्योंकि गढ़ बगदाद नवाए कै मक्का मदीना सबे नवाया। जोगी भी गुरु नानक साहब अगे झुक गए। उन्हां सोचिया भी गुरु नानक साहब जी सुनिया भी गुरु अंगद देव जी दे अगे झुके आ, ते चलो दर्शन कर चलीए ते उन्हां नूं जाके कोई प्रश्न करांगे, वेखांगे भी जिवें असीं गुरु नानक साहब जी नूं प्रश्न करदे सां ते गुरु नानक साहब जी सानूं उत्तर दिंदे सन, इवें गुरु अंगद देव जी उत्तर देणगे। सचमुच वो वेख के हैरान रह गए जदों उन्होंने प्रश्न किया। प्रश्न बड़ा कमाल दा सी। वो प्रश्न सी, कहण लगे, हे गुरु अंगद देव जी, भी जदों संसार दे विच धर्म गुरु, धर्म अस्थान, धर्म ग्रंथ पहलां भी सन, फिर ये सारा कुछ होने के बावजूद तुसी गुरु की बाणी दे लड़ क्यों लगे हो? ते मेरे गुरु अंगद देव महाराज जी ने बिना किसी झिझक दे उन्होंने उत्तर दिता, कहते आओ
ਪਿਆਰ ਸਹਿਤ ਆਪਾਂ ਮਿਲ ਬੈਠੀਏ ਤੇ ਆਪਾਂ ਉਹਨਾਂ ਧਾਰਮਿਕ ਗ੍ਰੰਥਾਂ ਵਿੱਚ ਜੋ ਲਿਖਿਆ ਉਹਦੀ ਵਿਚਾਰ ਕਰ ਲਈਏ ਤੇ ਗੁਰੂ ਕੀ ਬਾਣੀ ਦੀ ਵਿਚਾਰ ਕਰ ਲਈਏ। ਤੁਸੀਂ ਆਪੇ ਸਮਝ ਜਾਣਾ। ਸਾਹਿਬ ਕਹਿਣ ਲੱਗੇ ਜਿਨ੍ਹਾਂ ਧਾਰਮਿਕ ਗ੍ਰੰਥਾਂ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹਨਾਂ ਵਿੱਚ ਕੁਝ ਸ਼ਲੋਕ ਐਸੇ ਨੇ ਜਿਨ੍ਹਾਂ ਵਿੱਚ ਇਹ ਲਿਖਿਆ ਵੀ ਕਰਮ ਕਾਂਡ ਕਿਹੜੇ ਕਿਹੜੇ ਨੇ, ਤੇ ਕੁਝ ਸ਼ਲੋਕ ਐਸੇ ਨੇ ਜਿਹੜੇ ਇਹ ਦੱਸਦੇ ਨੇ ਵੀ ਕਰਮ ਕਾਂਡ ਕਿਵੇਂ ਕਰਨੇ ਨੇ। ਹੁਣ ਤੁਸੀਂ ਆਪ ਦੱਸੋ ਵੀ ਉੱਥੇ ਪ੍ਰਮਾਤਮਾ ਦੇ ਮਿਲਾਪ ਦੀ ਗੱਲ ਹੈ। ਜੋਗੀਆਂ ਨੂੰ ਕਿਹਾ ਵੀ ਤੁਹਾਡੇ ਵਰਗੇ ਜਿਹੜੇ ਆਸਣ ਨੇ ਜਾਂ ਯੋਗ ਦਾ ਜਿਹੜਾ ਉਪਦੇਸ਼ ਹੈ ਉਹ ਤੁਹਾਡੇ ਮੁਤਾਬਕ ਇਹੀ ਹੈ ਨਾ ਵੀ ਜੇ ਆਸਣ ਕਰੋਗੇ, ਐਕਸਰਸਾਈਜ਼ ਕਰੋਗੇ, ਪ੍ਰਾਣਾਯਾਮ ਕਰਕੇ ਸਵਾਸਾਂ ਦੀ ਗਤੀ ਨੂੰ ਮੱਧਮ ਕਰੋਗੇ ਤੇ ਉਮਰ ਦੇ ਸਾਲ ਵੱਧ ਜਾਣਗੇ, ਫਿਰ ਆਪਾਂ ਮਰਾਂਗੇ, ਫਿਰ ਜਨਮ ਮਿਲੇਗਾ। ਪ੍ਰਮਾਤਮਾ ਦੇ ਮਿਲਾਪ ਦੀ ਤੇ ਗੱਲ ਹੈ ਹੀ ਨਹੀਂ। ਜਿਹੜੀ ਪੰਜਵੇਂ ਜਾਮੇ ਵਿੱਚ ਜਾ ਕੇ ਵੀ ਬਚਨ ਕਹੇ ਨੇ ਨਾ, ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨ ਗਹਿਆ। ਜਿਹੜੇ ਤੀਜੇ ਜਾਮੇ ਵਿੱਚ ਜਾ ਕੇ ਬਚਨ ਕਹੇ ਨੇ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ। ਦੂਜੇ ਜਾਮੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਕਹੇ, ਕਹਿਣ ਲੱਗੇ ਤੁਸੀਂ ਕਹਿੰਦੇ ਹੋ ਕਿ ਧਾਰਮਿਕ ਗ੍ਰੰਥ ਪਹਿਲਾਂ ਵੀ ਸੀ, ਉਹ ਛੱਡ ਕੇ ਤੁਸੀਂ ਗੁਰੂ ਕੀ ਬਾਣੀ ਨਾਲ ਕਿਉਂ ਜੁੜੇ, ਉਹਦੇ ਵਿੱਚ ਅੰਤਰ ਕੀ ਹੈ? ਤੇ ਮੇਰੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦੱਸਿਆ, ਕਹਿਣ ਲੱਗੇ ਜਿਨ੍ਹਾਂ ਧਾਰਮਿਕ ਗ੍ਰੰਥਾਂ ਦੀ ਤੁਸੀਂ ਗੱਲ ਕਰਦੇ ਹੋ ਉਹਨੂੰ ਪੜ੍ਹ ਕੇ ਵੇਖ ਲਓ। ਉਹਦੇ ਵਿੱਚ ਲਿਖਿਆ ਵੀ ਜੇ ਪਾਪ ਕਰੋਗੇ ਤੇ ਨਰਕ ਮਿਲਣਗੇ, ਜੇ ਪੁੰਨ ਕਰੋਗੇ ਤੇ ਸਵਰਗ ਮਿਲਣਗੇ। ਕਹਿੰਦੇ ਪ੍ਰਮਾਤਮਾ ਦੇ ਮਿਲਣ ਦੀ ਤੇ ਗੱਲ ਹੈ ਹੀ ਨਹੀਂ ਵੀ ਬੰਦਾ ਪਾਪ ਕਰੇਗਾ ਤੇ ਨਰਕਾਂ ਵਿੱਚ ਡਿੱਗੇਗਾ, ਪੁੰਨ ਕਰੇਗਾ ਤੇ ਸਵਰਗਾਂ ਵਿੱਚ ਜਾਵੇਗਾ। ਇਹ ਦੋਵੇਂ ਕੈਦ ਹੀ ਹੈ, ਇਹ ਮੰਜ਼ਿਲ ਨਹੀਂ ਹੈ। ਫਰਕ ਹੈ ਵੀ ਇੱਕ ਲੋਹੇ ਦੀਆਂ ਜੰਜੀਰਾਂ ਵਿੱਚ ਜਕੜਿਆ ਪਿਆ, ਇੱਕ ਸੋਨੇ ਦੀਆਂ ਜੰਜੀਰਾਂ ਵਿੱਚ ਹੈ, ਦੋਵੇਂ ਹੀ ਪ੍ਰਕਾਰ ਦੀ ਕੈਦ। ਕਿਉਂਕਿ ਜਿਹੜੇ ਪ੍ਰਭੂ ਪਿਆਰੇ ਨੇ ਉਹ ਇਹਨਾਂ ਦੋਵਾਂ ਨੂੰ ਰੱਦ ਕਰਦੇ ਨੇ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਦੇ, ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਕਹਿਣ ਲੱਗੇ ਉਹਨਾਂ ਨੇ ਨਰਕ ਵੀ ਰੱਦ ਕਰ ਦਿੱਤੇ, ਸਵਰਗ ਦੀ ਲਾਲਸਾ ਵੀ ਰੱਦ ਕਰ ਦਿੱਤੀ। ਗੁਰੂ ਕੀ ਬਾਣੀ ਦੀ ਬਚਨ ਨੇ ਸੁਰਗ ਬਾਸ ਨਾ ਬਾਸੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੈ ਨਾ ਕੀਜੈ ਆਸ, ਰਮਈਆ ਗੁਣ ਗਾਈਐ, ਜਾਣਤੇ ਪਾਈਐ ਪਰਮ ਨਿਧਾਨ। ਸਭ ਕਹਿਣ ਲੱਗੇ ਤੁਸੀਂ ਆਪ ਹੀ ਦੱਸੋ, ਉਹਨਾਂ ਗ੍ਰੰਥਾਂ ਵਿੱਚ ਲਿਖਿਆ ਜੇ ਪਾਪ ਕਰੋਗੇ ਤੇ ਨਰਕ ਮਿਲੇਗਾ, ਪੁੰਨ ਕਰੋਗੇ ਤੇ ਸਵਰਗ ਮਿਲੇਗਾ। ਇਸ ਵਾਰ ਕਿਸੇ ਨੂੰ ਕੁਝ ਦਿੱਤਾ ਤੇ ਅੱਗੇ ਲੈਣਾ ਪਵੇਗਾ, ਇਸ ਵਾਰ ਕਿਸੇ ਤੋਂ ਕੁਝ ਲਿਆ ਤੇ ਅੱਗੇ ਦੇਣਾ ਪਵੇਗਾ। ਇਹੀ ਘੁੰਮਣ ਘੇਰੀ ਹੈ ਨਾ, ਇਹਦੇ ਵਿੱਚ ਤੱਤ ਦੀ ਤੇ ਗੱਲ ਹੈ ਹੀ ਨਹੀਂ। ਹੁਣ ਤੱਤ ਆਪਾਂ ਸਮਝਦੇ ਹਾਂ ਨਾ ਵੀ ਪਰਾਲੀ ਦੀਆਂ ਪੰਡਾਂ ਬੰਨੀਆਂ ਹੋਣ ਤੇ ਉਹਦੇ ਵਿੱਚ ਦਾਣੇ ਹੀ ਨਾ ਹੋਣ, ਤੇ ਸਾਹਿਬ ਕਹਿੰਦੇ ਨੇ ਪਰਾਲੀ ਨੂੰ ਗਾਉਣ ਦਾ ਫਾਇਦਾ ਕੀ ਹੈ? ਜੇ ਕਣਕ ਦੇ ਦਾਣੇ ਹੋਣ ਹੀ ਨਾ ਤੇ ਕਣਕ ਦਾ ਜਿਹੜਾ ਨਾੜ ਹੈ ਉਹਦੇ ਤੇ ਕੋਈ ਬੰਦਾ ਗਾਹ ਪਾਈ ਜਾਵੇ, ਬਦਤ ਤਰਲੋਚਨ ਸੁਨਰੇ ਪ੍ਰਾਣੀ, ਤਤ ਬਿਨ ਗਾਹ ਕੇ ਪਾਈ, ਕਣ ਬਿਨ ਗਾਹ ਕੇ ਪਾਈ। ਕਹਿਣ ਲੱਗੇ ਜੇ ਕਾਣੀ ਨਹੀਂ ਹੈ, ਤਾਤੀ ਨਹੀਂ ਹੈ, ਤੇ ਫਿਰ ਗਾਹ ਪਾਉਣ ਦਾ ਕੀ ਫਾਇਦਾ ਹੈ? ਭਾਵ ਪੰਡਿਤ ਦਹੀਂ ਵਲੋਈਆ ਭਾਈ, ਵਿੱਚੋਂ ਨਿਕਲੈ ਤੱਥ, ਜਲ ਮਥੀਆ ਜਲ ਦੇਖੀਆ ਭਾਈ, ਇਹ ਜਗ ਏਹਾ ਵਥ। ਪਾਣੀ ਨੂੰ ਰਿੜਕਾਂਗੇ ਤੇ ਮੱਖਣ ਰੂਪੀ ਤੱਤ ਨਹੀਂ ਮਿਲਣਾ। ਜੇ ਦੁੱਧ ਨੂੰ ਜਾਗ ਲਾ ਕੇ ਦਹੀਂ ਜਮਾਵਾਂਗੇ ਫਿਰ ਰਿੜਕਾਂਗੇ ਤੇ ਉਹਦੇ ਵਿੱਚੋਂ ਤੱਤ ਰੂਪੀ ਮੱਖਣ ਮਿਲੇਗਾ। ਤੇ ਜੇ ਕੋਈ ਕਵੇ ਵੀ ਜਿਹੜਾ ਪਾਣੀ ਨੂੰ ਰਿੜਕ ਰਿਹਾ ਕੰਮ ਤਾਂ ਉਹ ਵੀ ਕਰ ਰਿਹਾ, ਪਰ ਪਾਣੀ ਨੂੰ ਰਿੜਕੀ ਚੱਲੋ, ਪਾਣੀ ਵਿੱਚੋਂ ਮੱਖਣ ਨਹੀਂ ਜੇ ਨਿਕਲਦਾ। ਸਾਹਿਬ ਕਹਿੰਦੇ ਜੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਤੱਤ ਹੀ ਨਹੀਂ ਹੱਥ ਲੱਗਾ ਤੇ ਫਿਰ ਲਾਭ ਕੀ ਹੈ? ਦੋ ਪ੍ਰਕਾਰ ਦੀਆਂ ਬਿਰਤੀਆਂ ਵਿੱਚ ਜਿਹੜੇ ਗੁਰਮੁਖ ਵਿਦਵਾਨ ਨੇ ਉਹ ਜਦੋਂ ਨਿਰਣਾ ਦਿੰਦੇ ਨੇ ਨਾ, ਤੇ ਸਾਡੇ ਘਰਾਂ ਦੀਆਂ ਉਹਨਾਂ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਬਿਰਤੀ ਜਿਹੜੀ ਆ ਦੋ ਤਰ੍ਹਾਂ ਦੀ ਹੈ, ਇੱਕ ਤੱਤ ਦੀ ਪ੍ਰਾਪਤੀ ਵਾਲੀ ਤੇ ਇੱਕ ਫੋਕਟ ਦੀ ਪ੍ਰਾਪਤੀ ਵਾਲੀ। ਤੇ ਉਹਨਾਂ ਉਦਾਹਰਨਾਂ ਦਿੱਤੀਆਂ ਨੇ ਛੱਜ ਤੇ ਛਾਨਣੀ ਦੀਆਂ। ਸਾਡੇ ਘਰਾਂ ਵਿੱਚ ਛੱਜ ਵੀ ਆ ਤੇ ਛਾਨਣੀ ਵੀ ਆ। ਅਸੀਂ ਵੇਖਦੇ ਹਾਂ ਜਦੋਂ ਮਾਤਾਵਾਂ ਭੈਣਾਂ ਛੱਜ ਵਿੱਚ ਦਾਣੇ ਪਾ ਕੇ ਉਹਨੂੰ ਹਲੂਣਾ ਦਿੰਦੀਆਂ ਨੇ, ਪੀਣ ਕਰਦੀਆਂ ਨੇ, ਤੇ ਜਿਹੜਾ ਫੋਕਟ ਹੁੰਦਾ ਹੈ ਨਾ ਉਹ ਛੱਜ ਬਾਹਰ ਕੱਢ ਦਿੰਦਾ ਹੈ ਤੇ ਤੱਤ ਰੂਪੀ ਦਾਣੇ ਆਪਣੇ ਵਿੱਚ ਸੰਭਾਲ ਲੈਂਦਾ ਹੈ। ਤੇ ਜਿਹੜੀ ਛਾਨਣੀ ਹੈ ਉਹਦੇ ਵਿੱਚ ਆਟਾ ਪਾ ਕੇ ਉਹਨੂੰ ਹਲੂਣਾ ਦਿਓ ਤੇ ਉਹ ਤੱਤ ਰੂਪੀ ਆਟਾ ਥੱਲੇ ਕੱਢ ਦਿੰਦੀ ਹੈ ਤੇ ਸੂੜਾ ਆਪਣੇ ਵਿੱਚ ਰੱਖ ਲੈਂਦੀ ਹੈ।
ਹੁਣ ਬਹੁਤੇ ਲੋਕ ਫੋਕਟ ਨਾਲ ਜੁੜ ਗਏ ਨੇ। ਸੰਤੋ ਮਾਖਨ ਖਾਇਆ ਛਾਛ ਪੀਐ ਸੰਸਾਰ। ਸਾਹਿਬ ਕਹਿੰਦੇ ਫੋਕਟ ਨਾਲ ਜੁੜਨ ਦਾ ਕੀ ਫਾਇਦਾ, ਤਤ ਨਾਲ ਜੁੜਨਾ। ਇਸ ਕਰਕੇ ਸਾਰੇ ਧਾਰਮਿਕ ਗ੍ਰੰਥ ਛੱਡ ਕੇ ਅਸੀਂ ਗੁਰੂ ਕੀ ਬਾਣੀ ਨਾਲ ਜੁੜੇ ਹਾਂ, ਕਿਉਂਕਿ ਗੁਰੂ ਕੀ ਬਾਣੀ ਤਤ ਦੀ ਗੱਲ ਕਰਦੀ ਹੈ। ਇਹ ਗੁਰੂ ਅੰਗਦ ਦੇਵ ਜੀ ਦੇ ਬਚਨ ਨੇ। ਸ਼ਲੋਕ ਮਹੱਲਾ ਦੂਜਾ। ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਇਹੀ ਹੈ ਨਾ ਉਹਨਾਂ ਧਾਰਮਿਕ ਗ੍ਰੰਥਾਂ ਦੀ ਵਿਚਾਰਧਾਰਾ ਵੀ ਬਸ ਲੈਣਾ ਦੇਣਾ, ਦੇਣਾ ਲੈਣਾ, ਨਰਕ ਸੁਰਗ ਪਾਪ ਪੁੰਨ, ਤਤ ਤੇ ਹੈ ਹੀ ਨਹੀਂ। ਅੱਗੇ ਤੀਜੀ ਪੰਕਤੀ ਗੁਰੂ ਅੰਗਦ ਦੇਵ ਜੀ ਦੀ ਇਸ ਸ਼ਲੋਕ ਵਿੱਚ। ਪਹਿਲੀਆਂ ਦੋ ਪੰਕਤੀਆਂ ਉਹਨਾਂ ਪੁਰਾਤਨ ਗ੍ਰੰਥਾਂ ਵਾਸਤੇ ਕਿ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਤੇ ਅਗਲੀ ਪੰਕਤੀ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਜੋਗੀ ਹੈਰਾਨ ਹੋ ਗਏ, ਕਹਿਣ ਲੱਗੇ ਕੋਈ ਫਰਕ ਨਹੀਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਵਿੱਚ। ਸਿਰਫ ਇੱਕ ਕਾਇਆ ਹੀ ਬਦਲੀ ਹੈ, ਕੇਵਲ ਰੂਪ ਹੀ ਬਦਲਿਆ, ਅੰਦਰ ਦਾ ਸਿਧਾਂਤ ਉਹੀ ਹੈ। ਮੇਰੇ ਸਾਹਿਬ ਜੀ ਨੇ ਪੂਰੀ ਦ੍ਰਿੜਤਾ ਨਾਲ ਕਿਹਾ, ਕਹਿਣ ਲੱਗੇ ਅੰਮ੍ਰਿਤ ਬਾਣੀ ਜਿਹੜੀ ਗੁਰੂ ਕੀ ਬਾਣੀ ਹੈ ਉਹ ਸਾਨੂੰ ਆਤਮਿਕ ਜੀਵਨ ਦਿੰਦੀ ਹੈ। ਤੇ ਅੱਜ ਵੀ ਜੇ ਕਿਤੇ ਸਿੱਖ ਸਮਝ ਲੈਣ ਵੀ ਗੁਰਬਾਣੀ ਜਿੱਥੇ ਸਿਮਰਨ ਹੈ ਉੱਥੇ ਵੇ ਆਫ ਲਾਈਫ ਜੀਵਨ ਜਾਚ ਹੈ। ਗੁਰਬਾਣੀ ਸਾਨੂੰ ਆਤਮਿਕ ਜੀਵਨ ਦਿੰਦੀ ਹੈ। ਤੇ ਜਦੋਂ ਅਸੀਂ ਗੁਰੂ ਕੀ ਬਾਣੀ ਨਾਲ ਜੁੜ ਕੇ ਜੀਵਨ ਜਿਉਣ ਦਾ ਢੰਗ ਤਰੀਕਾ ਸਿੱਖਾਂਗੇ ਤੇ ਸੱਚਮੁੱਚ ਕੋਈ ਸਿੱਖ ਜਿਹੜਾ ਉਹ ਗੁਰਬਾਣੀ ਤੋਂ ਦੂਰ ਜਾ ਕੇ ਔਜੜੇ ਨਹੀਂ ਪਵੇਗਾ। ਤੇ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਜੀਵਨ ਜਾਚ ਨਹੀਂ ਮੰਨਿਆ, ਨਾ ਸਮਝਿਆ, ਕਿਉਂਕਿ ਮੇਰੇ ਗੁਰੂ ਅੰਗਦ ਦੇਵ ਜੀ ਨੇ ਬਚਨ ਕਹੇ ਅੰਮ੍ਰਿਤ ਬਾਣੀ ਇਹ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੈ। ਤੇ ਦੂਸਰੀ ਗੱਲ ਤਤ ਵਖਾਣੀ, ਇਹਨੇ ਤਤ ਦੀ ਵਿਆਖਿਆ ਕੀਤੀ। ਤਤ ਕੀ ਹੈ? ਆਪਣੇ ਆਪ ਨੂੰ ਮਨਫੀ ਕਰਕੇ ਆਖਿਆ, ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਆ ਜੇ ਤਤ। ਸਾਹਿਬ ਕਹਿੰਦੇ ਮੈਨੂੰ ਭਾਵੇਂ ਤੁਸੀਂ ਭੂਤਨਾ ਕਹਿ ਲਵੋ, ਕੁਰਾਈਆ ਕਹਿ ਲਵੋ, ਬਿਤਾਲਾ ਕਹਿ ਲਵੋ, ਸ਼ਾਇਰ ਕਹਿ ਲਵੋ, ਕੁਝ ਕਹਿ ਲਵੋ, ਚੱਲੇਗਾ। ਔਰ ਮੇਰੇ ਸਤਿਗੁਰੂ ਜੀ ਕਦੇ ਕਿਸੇ ਤੇ ਨਾਰਾਜ਼ ਨਹੀਂ ਹੋਏ। ਪਰ ਸਾਹਿਬ ਕਹਿੰਦੇ ਉਸ ਪਰਮਾਤਮਾ ਨਾਲ ਜੁੜਿਓ ਜਿਹਨੂੰ ਮੇਰਾ ਵੀ ਆਦੇਸ਼ ਹੈ, ਜਿਹਨੂੰ ਮੇਰੀ ਵੀ ਨਮਸਕਾਰ ਹੈ। ਮੈਂ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਆਖਦਾ, ਤੁਸੀਂ ਜਿਹਨੂੰ ਸੱਚਮੁੱਚ ਰੱਬ ਮੰਨਦੇ ਹੋ ਆਪਣੇ ਸੱਚੇ ਰੱਬ ਨਾਲ, ਸੱਚੇ ਇਸ਼ਟ ਨਾਲ ਜੁੜ ਜਾਓ। ਜਦੋਂ ਆਪਾਂ ਇੱਕ ਰੱਬ ਨੂੰ ਮੰਨ ਲਵਾਂਗੇ ਤੇ ਸੱਚਮੁੱਚ ਫਿਰ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਮੁੱਚੀ ਮਾਨਵਤਾ ਵਿੱਚ ਏਕਤਾ ਹੋ ਜਾਵੇਗੀ। ਅੱਜ ਆਪਾਂ ਏਕਤਾ ਚਾਹੁੰਦੇ, ਕਦੇ ਏਕਤਾ ਨਹੀਂ ਜੀ ਹੋਣੀ। ਏਕਤਾ ਦਾ ਮਤਲਬ ਇਹ ਨਹੀਂ ਵੀ ਬਹੁ ਗਿਣਤੀ ਵਿੱਚ ਆਪਾਂ ਜੁੜ ਕੇ ਬਹਿ ਜਾਈਏ। ਸਾਹਿਬ ਕਹਿੰਦੇ ਨਹੀਂ, ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਹੀ ਨਹੀਂ ਸਕਦੇ, ਸਾਰੇ ਇੱਕ ਜਗ੍ਹਾ ਤੇ ਬੈਠ ਹੀ ਨਹੀਂ ਸਕਦੇ। ਏਕਤਾ ਦਾ ਕੀ ਮਤਲਬ ਹੈ ਵੀ ਭਾਵੇਂ ਕੋਈ ਜੰਮੂ ਹੋਵੇ, ਕੋਈ ਦਿੱਲੀ ਹੋਵੇ, ਕੋਈ ਪੰਜਾਬ ਹੋਵੇ, ਕੋਈ ਅਮਰੀਕਾ ਹੋਵੇ, ਕਿਤੇ ਬੈਠਾ ਹੋਵੇ, ਪਰ ਜੁੜਿਆ ਹੋਵੇ ਇੱਕ ਰੱਬ ਨਾਲ। ਇਹ ਜੇ ਏਕਤਾ। ਸਾਹਿਬ ਕਹਿੰਦੇ ਤੂੰ ਹਿੰਦੂ ਆ ਤੇ ਹਿੰਦੂ ਰਹਿ ਮੁਬਾਰਕ ਹੈ, ਤੂੰ ਮੁਸਲਮਾਨ ਹੈ ਤੇ ਮੁਸਲਮਾਨ ਰਹੋ ਮੁਬਾਰਕ ਹੈ, ਤੂੰ ਜੈਨੀ ਰਹੋ, ਬੋਧੀ ਰਹੋ, ਤੂੰ ਸਿੱਖ ਰਹੋ, ਪਰ ਜੁੜੀ ਇੱਕ ਨਾਲ। ਜਦੋਂ ਇੱਕ ਨਾਲ ਜੁੜੇਗਾ ਨਾ, ਇਹ ਏਕਤਾ ਹੈ। ਜਦੋਂ ਸਾਰੇ ਆਪਾਂ ਇੱਕ ਪਰਮਾਤਮਾ ਨਾਲ ਜੁੜ ਜਾਵਾਂਗੇ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਮਣਕੇ ਹਜ਼ਾਰਾਂ ਨੇ ਪਰ ਸੂਤਰ ਇੱਕ ਹੈ। ਏਕਤਾ ਕਿਵੇਂ ਹੋ ਸਕਦੀ ਹੈ? ਹੁਣ ਸਾਡੀਆਂ ਅੱਖਾਂ ਦੋ ਨੇ, ਅੱਖਾਂ ਇੱਕ ਨਹੀਂ ਹੋਣੀਆਂ। ਅੱਖਾਂ ਦਾ ਵੇਖਣਾ ਇੱਕ ਹੋ ਸਕਦਾ। ਪੈਰ ਦੋ ਨੇ, ਪੈਰ ਇੱਕ ਨਹੀਂ ਹੋਣਾ। ਪੈਰ ਦੋ ਹੋਣ ਦੇ ਬਾਵਜੂਦ ਵੀ ਤੋਰ ਇੱਕ ਹੈ। ਅੱਖਾਂ ਦੋ ਹੋਣ ਦੇ ਬਾਵਜੂਦ ਵੀ ਵੇਖਣਾ ਇੱਕ ਹੈ। ਇਸੇ ਤਰ੍ਹਾਂ ਬਹੁ ਧਰਮੀ ਹੋ ਕੇ ਵੀ ਮਨੁੱਖਤਾ ਅਨੇਕਤਾ ਦੇ ਰੂਪ ਵਿੱਚ ਰਹਿ ਕੇ ਵੀ ਜਦੋਂ ਇੱਕ ਨਾਲ ਜੁੜੇਗੀ, ਸਾਹਿਬ ਕਹਿਣ ਲੱਗੇ ਇਹ ਹੈ ਸੰਸਾਰ ਦੇ ਵਿੱਚ ਏਕਤਾ। ਤੇ ਇਹ ਏਕਤਾ ਦੀ ਆਵਾਜ਼ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਬੁਲੰਦ ਕੀਤੀ ਤੇ ਡਾਕਟਰ इकबाल होना लिखिया, फिर उठी आखिर सदा तौहीद की पंजाब से, हिंद को एक मर्दे कामल ने जगाया ख्वाब से।
वो तौहीद का मतलब एक, भी एक खुदा, एक अल्लाह, एक वाहेगुरु, एक राम। सब कहते ये तौहीद जिहड़ी है ना, ये तां ही हो सकदी जे साडा रब एक होवे। असीं अनेकता विच होईए पर रब एक होवे, ते अनेकता विचों उस एक रब नूं लभना साहब कहंदे ओ किते दूर नहीं है। एक बगीचा पेड़ घन करिया, आ संसार एक बगीचा है, ते इहदे विच एक पेड़ नहीं। जे एक पेड़ होवेगा ते उहनूं बगीचा नहीं कहांगे। ये संसार रूपी बगीचे विच कोई औरत है, कोई पुरुष है, कोई गरीब है, कोई अमीर है, कोई हिंदू मुसलमान, कोई ईसाई, बोधी, जैनी, पारसी, कोई सिख। ये वक्रे वक्रे बूटे ने मेरे परमात्मा दे बाग विच। एक बगीचा पेड़ घन करिया, अमृत नाम तहां मैं फलिया। ते उदा प्राप्ति वाला फल इसे अनेकता विच है, क्योंकि वो अनेकता विच रह के भी एक है। इसलिए मेरे गरीब नवाज जी ने सिक्ख्या दिती तीजे जामे विच आके कि आवो सिख सतगुरु के प्यारिओ, गावो सच्ची बाणी, बाणी तां गावो गुरु केरी, बाणियां सिर बाणी। सब कहते बाणी का अर्थ है जो कुछ बोलते हैं, जो कुछ सुनते हैं। पर गुरु ग्रंथ साहब जी की बाणी केवल आम बाणी नहीं, ये तो धुर की बाणी है, ये सच्ची बाणी है, ये खसम की बाणी है, ते फिर बाणियां सिर बाणी है। बाणियां विचों शिरोमणी बाणी, बाणियां सिर बाणी। चौथे जामे में जाके सानू उपदेश दिता, बाणी गुरु गुरु है बाणी विच, बाणी अमृत सारे। ते नाल एक मर्यादा भी सतगुरां ने आरंभ कर दिती, सेवक सिख पूजन सब आवें, सब गावें हर हर उत्तम बानी, गाव्या सुनिया तिनका हर थाएं पावै, जिन सतगुर की आग्या सत सत कर मानी। ते जे सिखां ने सवाल किया सतगुरु जी भी जे किते बाणी पढ़न नूं चित ना करे तो फिर की करना चाहिए? तो मेरे सतगुरु जी का उत्तर सी भी जे घर दे काम काज करन नूं चित ना करे तो फिर की करदे हो? कहंदे जे चित ना भी करे तो फिर भी करदे आ, क्योंकि उन्हां तो बिना सरदा नहीं। सब कहते बस समझ लवो कि बाणी तो बिना सरदा नहीं, जे चित ना भी करे तो फिर भी बाणी पढ़नी है। जिम निस दिन घर काज सुधारे, त्यागो कबू न लागै प्यारे, तथा प्यार धरो गुरबानी, पठन सुनन कीचै रुच ठानी, धरियो अर्थ जो शब्द मझारा, बार बार उर करो विचारा, क्या गुर कहें करें हम कहाँ, सने सने मोरो मन महा। दूजे नूं पुछण दी लोड़ ही नहीं, वरत आउण ते आपां बाणी तो पुछ लईए ते बाणी कवेगी भी नहीं रखने। छोड़ा अन्न करें पखंड, श्राद्ध आउण ते आपां बाणी नूं पुछ लईए ते बाणी कवेगी जिउंदे माँ बाप की सेवा करो, श्राद्ध पितर आदि करन दी लोड़ कोई नहीं। क्योंकि जदों असीं गुरु नूं पुछांगे ते फिर पुछ के कवांगे, क्या गुर कहें करें हम कहाँ, सने सने मोरो मन महा। पंजवें जामे में जाके जिथे क्या धुर की बाणी आई, तिन सगली चिंत मिटाई, उत्थे गुरु की बाणी की संपादना करवा के पोथी साहब के रूप में पहला प्रकाश करवाया ते सानू सिक्ख्या दिती, पोथी परमेश्वर का थान, साध संग गावें गुण गोबिंद, पूर्ण ब्रह्म ज्ञान। छेवें ते सतवें अठवें जामे विच भावें बाणी नहीं उचारण कीती, पर सतगुरु जी ओट आसरा बाणी दा लैंदे सन। जे गुरु हरगोबिंद साहब महाराज जी नूं जंगां युद्धां समय भी सिख पुछदे ते सतगुरु जी भाई गोपाला जी तो जपजी साहब दा शुद्ध पाठ सुनदे। सतगुरु जी वखरे वखरे विषयां ते विचार चर्चा करवाउंदे ते जे सिखां ने पुछया भी गुरबाणी विचों तत्त किवें लभे ते सतगुरां उदाहरणां दित्तियां, जिवें बनस्पति विच अग, जिवें दुध विच मक्खण, इवें गुरु दे शब्द विच परमात्मा दा तत्त रूपी मिलाप है। साहब ने जिहड़े बचन कहे वो साडी तवारीख विच अंकित ने। सुन कर श्री हर गोबिंद कहें, सगल काष्ट में अग्नि रहें, जथा दुग्ध में घृत मिल रह्यो, मथन करे बिन किन्हू न लह्यो, तिम सतगुर के शब्द मझारा, आत्म ज्ञान बसै सुख सारा। सतवें पातशाह ने अपने बेटा राम राय नूं इस करके दूर कर दिता सी, जिन भै अदब न बाणी धारा, जानो सो सिख नहीं हमारा।
ਜਦੋਂ 8ਵੇਂ ਪਾਤਸ਼ਾਹ ਦੇ ਦਰ ਤੇ ਔਰੰਗਜ਼ੇਬ ਕਈ ਦਿਨ ਆ ਕੇ ਮੁੜਦਾ ਰਿਹਾ ਤੇ ਫਿਰ ਕਿਹਾ ਜੇ ਦਰਸ਼ਨ ਨਹੀਂ ਦੇਣੇ ਤੇ ਕੁਝ ਲਿਖ ਕੇ ਭੇਜ ਦਿਓ। ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਆਪਣੇ ਕੋਲੋਂ ਕੁਝ ਲਿਖਣ ਦੀ ਬਜਾਏ ਗੁਰੂ ਨਾਨਕ ਸਾਹਿਬ ਦੇ ਬਚਨ ਮਾਝ ਰਾਗ ਦੀ ਵਾਰ ਵਿੱਚੋਂ ਲਿਖ ਕੇ ਭੇਜੇ ਸਨ। ਕਿਆ ਖਾਧੈ ਕਿਆ ਪਹਿਨਦੈ ਹੋਏ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ 59 ਸ਼ਬਦ ਤੇ 57 ਸ਼ਲੋਕ ਸਾਨੂੰ ਬਖਸ਼ਿਸ਼ ਕੀਤੇ। 10ਵੇਂ ਜਾਮੇ ਵਿੱਚ ਆ ਕੇ ਜਿੱਥੇ ਹੋਰ ਬਖਸ਼ਿਸ਼ਾਂ ਕੀਤੀਆਂ ਉੱਥੇ ਗਰੀਬ ਨਵਾਜ ਜੀ ਨੇ ਸਾਰਾ ਕੁਝ ਸਮੇਟ ਕੇ ਜਿੱਥੇ ਸੰਗਤੀ ਵਡਿਆਈ ਪੰਜਾਂ ਪਿਆਰਿਆਂ ਨੂੰ ਦੇ ਦਿੱਤੀ, ਕਿਉਂਕਿ ਗੁਰ ਸੰਗਤ ਕੀਨੀ ਖਾਲਸਾ। ਜਦੋਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ, ਤੇ ਸਤਿਗੁਰਾਂ ਦਾ ਉੱਤਰ ਸੀ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਸੰਗਤ ਨੂੰ ਤਾਂ ਬਣਾ ਦਿੱਤਾ ਖਾਲਸਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਤੇ ਜਿਹੜੇ ਬਚਨ ਕਹੇ ਸਨ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। 10ਵੇਂ ਜਾਮੇ ਵਿੱਚ ਜਾ ਕੇ ਬਾਣੀ ਨੂੰ ਗੁਰੂ ਪਦਵੀ ਤੇ ਬਿਰਾਜਮਾਨ ਕਰਕੇ ਆਪ ਮੱਥਾ ਟੇਕਿਆ ਤੇ ਆਪ ਪਰਿਕਰਮਾ ਕੀਤੀਆਂ ਤੇ ਨਾਲੇ ਉਪਦੇਸ਼ ਦਿੱਤਾ। ਜਿਵੇਂ ਪਹਿਲੇ 9 ਪਾਤਸ਼ਾਹਾਂ ਦੇ ਸਮੇਂ ਜਦੋਂ ਉਹ ਅਗਲੇ ਗੁਰ ਵਿਅਕਤੀ ਨੂੰ ਮੱਥਾ ਟੇਕ ਕੇ ਪਰਿਕਰਮਾ ਕਰਦੇ ਤੇ ਸਾਰੀਆਂ ਸੰਗਤਾਂ ਉੱਥੇ ਮੱਥਾ ਟੇਕਦੀਆਂ। ਸਾਹਿਬ ਕਹਿੰਦੇ ਜਿੱਥੇ ਅਸੀਂ ਮੱਥਾ ਟੇਕ ਦਿੱਤਾ, ਜਿੱਥੇ ਅਸੀਂ ਪਰਿਕਰਮਾ ਕੀਤੀਆਂ ਨੇ ਨਾ, ਅੱਜ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਤੇ ਮੈਂ ਇੱਕ ਸਵਈਆ ਆਪ ਨਾਲ ਸਾਂਝਾ ਕਰਕੇ ਸਮਾਪਤੀ ਵਾਲੇ ਪਾਸੇ ਆਉਣਾ ਚਾਹੁੰਦਾ। ਗੁਰਬਾਣੀ ਦੀ ਮਹਿਮਾ ਵਿੱਚ ਹੈ, ਉਸ ਕਵੀ ਨੇ ਇੱਕ ਉਦਾਹਰਨ ਦੇ ਕੇ ਗੁਰਬਾਣੀ ਵਿੱਚੋਂ ਵੀ ਜਿਵੇਂ ਗੁਰੂ ਕੀ ਬਾਣੀ ਦੇ ਬਚਨ ਨੇ ਵੀ ਧਰਮਰਾਜ ਨੇ ਇੱਕ ਦਿਨ ਇੱਕ ਮੀਟਿੰਗ ਬੁਲਾਈ। ਮੀਟਿੰਗ ਬੁਲਾ ਕੇ ਉਹਨੇ ਕੁਝ ਹਦਾਇਤਾਂ ਕੀਤੀਆਂ ਵੀ ਕਿੱਥੇ ਤੁਸੀਂ ਦੂਤੋਂ ਜਾ ਸਕਦੇ ਹੋ, ਕਿੱਥੇ ਨਹੀਂ ਜਾ ਸਕਦੇ। ਉਹਨੇ ਹਦਾਇਤਾਂ ਕੀਤੀਆਂ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਸਤ ਸੰਗਤ ਹੋਵੇ, ਜਿੱਥੇ ਗੁਰਬਾਣੀ ਦਾ ਕੀਰਤਨ ਹੋਵੇ, ਜਿੱਥੇ ਨਾਮ ਜਪਣ ਵਾਲੇ ਬੈਠੇ ਹੋਣ, ਨੈ ਹੋ ਨਾ ਤੂੰ ਨੈ ਛੁਟੈ ਨਿਕਟ ਨਾ ਜਾਈਓ ਦੂਤ। ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਵੀ ਉਹਨਾਂ ਦੇ ਨੇੜੇ ਨਾ ਜਾਣਾ, ਉਹਨਾਂ ਦੇ ਕੋਲੋਂ ਛੁੱਟਣ ਦਾ ਨਾ ਮੇਰੇ ਕੋਲ ਤੇ ਨਾ ਤੁਹਾਡੇ ਕੋਲ ਕੋਈ ਯਤਨ ਹੈ। ਬਸ ਇਹਨਾਂ ਪਾਵਨ ਗੁਰਬਾਣੀ ਦੀ ਜਿਹੜੀ ਤੁਕ ਹੈ ਇਹਦੀ ਉਸ ਕਵੀ ਨੇ ਵਿਆਖਿਆ ਕੀਤੀ। ਕਹਿਣ ਲੱਗੇ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਗੱਦੀ ਬਖਸ਼ਿਸ਼ ਕੀਤੀ ਤੇ ਕਹਿੰਦੇ ਧਰਮਰਾਜ ਦੇ ਜਿਹੜੇ ਦੂਤ ਸਨ ਉਹ ਦੌੜੇ ਦੌੜੇ ਧਰਮਰਾਜ ਕੋਲ ਗਏ ਤੇ ਧਰਮਰਾਜ ਕਹਿਣ ਲੱਗਾ ਵੀ ਮੈਂ ਤਾਂ ਤੁਹਾਨੂੰ ਲੋਕਾਂ ਨੂੰ ਡਰਾਉਣ ਲਈ ਭੇਜਿਆ ਸੀ ਤੇ ਤੁਸੀਂ ਆਪ ਹੀ ਡਰੇ ਹੋਏ ਹੋ। ਕਹਿਣ ਲੱਗੇ ਵੀ ਖਬਰ ਹੀ ਕੋਈ ਐਸੀ ਹੈ। ਕਹਿੰਦੇ ਕੀ? ਕਹਿੰਦੇ ਗੁਰੂ ਨਾਨਕ ਸਾਹਿਬ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ। ਤੇ ਹੁਣ ਜਿੰਨੇ ਜਿੰਨੇ ਗੁਰੂ ਕੀ ਬਾਣੀ ਨਾਲ ਜੁੜਨਾ, ਜਿੰਨੇ ਇਹ ਪੜਿਆ ਕਰਨਾ ਕਿ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੀਰੈ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਕਹਿੰਦੇ ਜਿੱਥੇ ਜਿੱਥੇ ਬਾਣੀ ਦਾ ਪ੍ਰਵਾਹ ਚੱਲਣਾ, ਜਿਨ੍ਹਾਂ ਨੇ ਬਾਣੀ ਨੂੰ ਸੁਣਨਾ, ਵਿਚਾਰਨਾ ਤੇ ਮੰਨਣਾ, ਉਹਨਾਂ ਤੇ ਸਾਡਾ ਜ਼ੋਰ ਨਹੀਂ ਚੱਲਣਾ। ਤੇ ਅਸੀਂ ਤੈਨੂੰ ਸਲਾਹ ਦੇਣ ਲਈ ਆਏ ਆ ਵੀ ਤੂੰ ਵੀ ਆਪਣੀ ਰਾਜਧਾਨੀ ਚੁੱਕ ਤੇ ਚੱਲਦਾ ਬਣ। ਉਸ ਕਵੀ ਨੇ ਗੁਰੂ ਕੀ ਬਾਣੀ ਦੀ ਮਹਿਮਾ ਕਰਦਿਆਂ ਲਿਖਿਆ, ਬਾਰ ਬਾਰ ਦੂਤਨ ਕੇ ਝੁੰਡਨ ਕੇ ਝੁੰਡ ਧਾਏ। ਜਥੇ ਬਣਾ ਬਣਾ ਕੇ, ਝੁੰਡ ਬਣਾ ਬਣਾ ਕੇ ਦੂਤ ਜਿਹੜੇ ਸਨ ਦੌੜੇ ਦੌੜੇ ਧਰਮਰਾਜ ਕੋਲ ਗਏ। ਬਾਰ ਬਾਰ ਦੂਤਨ ਕੇ ਝੁੰਡਨ ਕੇ ਝੁੰਡ ਧਾਏ, ਨੀਕੇ ਸਮਝਾਏ ਧਰਮਰਾਜ ਅਭਿਮਾਨੀ ਕੋ। ਭਇਓ ਹੈ ਵਿਸਾਲ ਸ਼੍ਰੀ ਗੁਰੂ ਗ੍ਰੰਥ ਜੂ ਸੰਸਾਰ ਮਾਹੇ, ਸ਼੍ਰੀ ਗੁਰੂ ਗੋਬਿੰਦ ਸਿੰਘ ਭੋਗ ਮੋਖ ਦਾਨੀ ਕੋ। ਜੇਤੇ ਜਗ ਪਾਤ ਕੀ ਬੈਕੁੰਠ ਕੋ ਪਧਾਰੇ ਬੇਗ, ਰੀਜ ਰੀਜ ਗਾਏ ਗੁਰੂ ਗ੍ਰੰਥ ਜੀ ਕੀ ਬਾਣੀ ਕੋ। ਨਾਹੇ ਸ਼ਰਮਾਵੋ ਚਿਤ ਚਿੰਤ ਨਾ बढ़ावो नाथ, ਕਹਿਣ ਲੱਗੇ ਲਾਵੋ ਨਾ ਬਲੰਬ ਉਠਾਵੋ ਰਾਜਧਾਨੀ ਕੋ। ਕਿਉਂਕਿ ਜਿੱਥੇ ਜਿੱਥੇ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਣਾ ਨਾ, ਸਾਹਿਬ ਕਹਿੰਦੇ ਜਿਹੜਾ ਹਿਰਦੇ ਵਿੱਚ ਗੁਰੂ ਕੀ ਬਾਣੀ ਨੂੰ ਵਸਾ ਲਵੇਗਾ ਨਾ, ਧਰਮ ਰਾਏ ਜਾਂ ਜਮਦੂਤ ਉਹਦੇ ਨੇੜੇ ਵੀ ਨਹੀਂ ਢੁਕ ਸਕਦਾ। ਕਿਉਂਕਿ ਗੁਰੂ ਕੀ ਬਾਣੀ ਸੱਚਮੁੱਚ ਸਾਡੇ ਜੀਵਨ ਦੇ ਵਿੱਚੋਂ ਇਹ ਭੈ, ਇਹ ਡਰ ਖਤਮ ਕਰਕੇ ਸਾਨੂੰ ਇੱਕ ਨੁਕਤਾ ਸਮਝਾਉਂਦੀ ਹੈ ਕਿ ਹਰ ਜੀਉ ਕੀ ਹੈ ਸਭ ਸਿਰਕਾਰਾ।
ये जम क्या करे विचारा, हुक्मी बंदा हुक्म कमावे, हुक्मै कढदा साहा है। जेदी सरकार होवे, DC भी ओदा हुंदा है, SSP भी ओदा हुंदा है, DGP भी ओदा हुंदा है। जे परमात्मा दी सरकार मन लवो ते ये धर्मराज ते ओदा DGP है, ये तुहानू कुछ नहीं कवेगा, क्योंकि ये हुक्मी बंदा है। ते जे तुसी परमात्मा दी सरकार तो आकी हो गए, बाहर हो गए, ते फिर तुहाडे सिर ते धर्मराज रूपी गवर्नर जिहड़ा वो बिठा दिता जाना। साहब ने कहा धर्म राय नो हुक्म है, बै सच्चा धर्म विचार, दूजा भाए दुष्ट आत्मा वो तेरी सरकार। उवें साडे सिर ते परमात्मा दी सरकार है, पर जिहड़ा परमात्मा दी पूजा नहीं करेगा, परमात्मा दा हुक्म नहीं मन्नेगा, परमात्मा तो बिना किसी होर दी पूजा करेगा, उहदे सिर ते फिर परमात्मा दा जिहड़ा गवर्नर है ना धर्मराय, वो बिठा दिता जाना। ये असीं निर्णय करना भी आपां परमात्मा दी सरकार नूं मनना कि आपां धर्मराज दे अधीन होना। ते जदों आपां गुरु के शब्द नाल जुड़ जावांगे ते साहब कहंदे फिर सचमुच जदों गुरु के शब्द की रूढ़ी शक्ति साडे जीवन विच आवेगी, फिर ये जम ये धर्मराय जिहड़ा ना ये साडे नेड़े नहीं लगेगा, क्योंकि गुरु की बाणी नूं सुन के इन्हें साडे तो दूरी बना के रखनी है। कबीर मेरी बुद्ध को जम न करे तिरस्कार, जिन ये जमुआ सिरजिया सो जपिया परवतगार। सारियां संगतां नूं धन धन गुरु ग्रंथ साहिब महाराज जी दे नशीनी गुरपुरब दियां जो आउण वाले दिनां दे विच सतगुरु गुरु ग्रंथ साहिब महाराज जी दा गुरगद्दी नशीनी गुरपुरब मनाया जाना है, ओदियां बहुत बहुत वधाइयां। और खास करके धन्नवाद करांगा गुरमत रागी ग्रंथी सभा दा कि जिन्हां ने ये चोण कीती है गुरु ग्रंथ साहिब महाराज जी दा गुरता गद्दी गुरपुरब जिहड़ा वो मनाया जावे, तां कि आपां सारे शरीरां नाल जुड़न दी बजाए, तस्वीरां नाल जुड़न दी बजाए शब्द गुरु दे नाल जुड़िए। और सानू मौका मिलदा शब्द गुरु दी महिमा करन दा, शब्द गुरु दे सिद्धांत नूं प्रचारन दा। ते जदों आपां सारे एक सुर विच हो के अपने घरां विच कहण लग पवांगे ना, जदों कोई पुछेगा घर किन्ने दिता ते आपां कहिए धन गुरु ग्रंथ साहिब ने। जदों कोई कहेगा धीआं पुत्र किन्ना दिते ते आपां कहांगे धन गुरु ग्रंथ साहिब जी ने। जे कोई कहेगा कि घर धन दौलत ये संपत्ति जायदाद कित्थों मिली ते आपां कहांगे गुरु ग्रंथ साहिब तो एक दिन दे विच इनकलाब आ सकदा है। आपां सारे कहना शुरू कर दईए, क्योंकि गुज्जी शनी ना ही बात गुर नानक तुठा कीनी दात। ये दात मेरे गुरु दी है। कोटानकोट शुक्र साहिब सतगुरु गुरु ग्रंथ साहिब जी दा, अकाल पुरख वाहिगुरु जी दा, आप सारियां संगतां दा, प्रबंधकां दा जिन्हां ने दास नूं समां दे के नवाजिया। संगत दे विच भाई साहब भाई हरपिंदर सिंह जी जो सिख मिशन जम्मू कश्मीर दे इंचार्ज ने, उन्हां नाल सारे प्रचारक साहबान, इस तरह भाई साहब भाई जगतार सिंह जी जो जम्मू तो गुरु के कीर्तनीय ने, उन्होंने भी बड़ा सन्मान दे के ਵੱਖ-ਵੱਖ परिवारों वालों बड़े चाह दे नाल दास नूं आप संगतां ने इत्थे जी आयां नूं आख्या। मैं सारी संगत दा फिर एक बार ऋणी हाँ, इन्ना समा नहीं कि आपां होर विस्तार वे जा सकीए। वापस अंमृतसर जाना है, कल नूं फिर हुशियारपुर विखे गुरमत समागम है। इन्ने क बचन आप जी ने प्रवान करने। बड़ी ही सुचज्जी शख्सियत भाई साहब भाई मनिंदर सिंह जी हजूरी रागी जथा सचखंड श्री हरमंदर साहब, जो गुरबाणी का शुद्ध उचारण ते गुरबाणी नूं रागां दे विच गायन करन ते उन्हां दी बड़ी पकड़ है। उन्होंने आप संगतां दे हुण दर्शन करने ने। फिर एक बार सारियां दा तह दिल तो धन्नवाद। बुलाओ फतेह सारे आखो जी वाहिगुरु जी का खालसा वाहिगुरु जी की फतेह। बोले सो निहाल सत श्री। धन्यवाद है सिंह साहब ज्ञानी मान सिंह जी साबका ग्रंथी श्री दरबार साहब। आस रखांगे जिस तरह हुण नवाजिया है अगों भी जदों भी याद करांगे इस तरह अपने प्रवचनां नाल नवाजणगे। स्टेज वालों सभा वालों इन्हां दा बहुत बहुत धन्यवाद। हुण जिन्ना चिर
एक जत्था कोई 10 मिनट वास्ते भाई साहब भाई गुरिंदर सिंह जी वो आप जी दे रूबरू होणगे, उन्होंने बेनती स्टेज ते आ जान। और नाल ही एक दो बेनतियां ने थोड़ी जी तवज्जो देनी जी। दो अपीलां ने दास गुरदीप सिंह जो कि गुरुद्वारा डेरा संतपुरा डन्ना गुरु नानक नगर विखे अते उपरंत गुरुद्वारा साहिब प्रीतनगर विखे सेवादार की ड्यूटी निभाउंदा सी। हुण वो अपने घर के नेड़े ही गोटे विखे गुरु घर में सेवा कर रहे ने। उन्हां दी पत्नी का पहला भी जो हार्ट का ऑपरेट होया, हुण दोबारा फिर ऑपरेशन होना है। दिल्ली खर्चा डॉक्टरों ने कुछ 6 लाख रुपया दसिया है। सो एक सेवादार की वो ड्यूटी निभाते ने। संगतां वास्ते अपील करते हैं कि उन्होंने माइक सहायता की जाए। भाई साहब भाई दविंदर सिंह जी उन्होंने थोड़े दिन पहला मैनू इस बारे फोन भी किया सी। भाई साहब जी स्टेज के पिछे बैठे ने, वही सेवा जिसने भी देनी हो उन्होंने दे सकता है। एक होर अपील है, रजिंदर कौर सुपत्नी सरदार दिलदार सिंह निवासी न्यू दीवानगढ़ तहसील सुचेतगढ़ जिला जम्मू के रहने वाले, जो कि 2 साल पहला छत तो डिगन करके राजिंदर कौर की रीढ़ की हड्डी टुट चुकी है। परिवार वालों इलाज करवाते हुए तकरीबन 15 लाख रुपया खर्च हो चुका है उन्होंने वालों। तो सरदार दिलदार सिंह जी पेशे वजों जो प्राइवेट स्कूल में सिक्योरिटी गार्ड का काम करते हैं। परिवार की इतनी आमदनी नहीं है, आर्थिक हालत माड़ी है। डॉक्टर ने रीढ़ की हड्डी का ऑपरेशन करवाने लई कहा है, इस करके उन्हों का ऑपरेशन जोड़ा है केडी हस्पताल अमृतसर विखे चल होना है। वो भी वो वीर गेट के कोल ही बैठे ने, अपील कर रहे ने अपने वित्त विचों माइक सहायता जी उन्होंने की जाए ताकि वो इलाज करा सकन। शहीदी गुरमत समागम 1947 सिख शहीदों की याद में जो कि संत गुरबख्श सिंह जी डन्ना वालों चलाई प्रथा अनुसार हर साल की तरह इस साल भी संत तेजवंत सिंह जी उन्होंने सरप्रस्ती हेठ गुरुद्वारा डेरा संतपुरा डन्ना गुरु नानक विखे जो कि 22 अक्तूबर तो श्री अखंड पाठ साहिबां की लड़ी आरंभ की हुई है, जिसकी समाप्ति 7 नवंबर को होगी। सो 7 नवंबर को शाम 6 बजे तो लैके रात 9:30 बजे तक कीर्तन अते गुरमत विचारां समागम किया जाएगा। उन्हां वालों भी बेनती की जाती है 7 तरीक को हुम हुमा के इस समागम में पहुँचने की कृपालता करो। जितों तक सभा का सवाल है, गुरमत श्रोमणी गुरमत ग्रंथी रागी सभा जो कि काफ़ी समय तो ये वीर सेवा करते आ रहे ने, वख-वख अपने समय दौरान समागमां राही होर प्रचार प्रसार के साधन जड़े कर रहे हैं। सो हुण जो अनेकों उपराले जड़े सभा वालों लेके गए ने वीरां ने सारे आप समूह संगतां के सहयोग नाल तकरीबन 80 बच्चों को जो स्कूल फी दी जाती है। अते जदों भी नवा सैशन शुरू होता है स्कूल का उस वेले बच्चों कापियां किताबां वर्दियां सूज बैग आदि स्टेशनरी का समान सारा प्रोवाइड किया जाता है। ये सारे उपराले आप समूह संगतां के सहयोग नाल ही चल रहे हैं। जां किते किते रागी जां सेवादार जां ग्रंथी के घर विखे कोई सुख दुख होंदा है, उस विच भी जो 5100 रुपये का फंड जिहड़ा है उसनों दिता जाता है। इस फंड विचों कई थावां ते इन्हां वल्लों वीरां वल्लों क्लासां भी लगाईयां जा रही हैं अते इस महान कारज नूं अगे तोड़न वास्ते जो संगतां पास एक डोनेशन बॉक्स जो संगतां घर लिजा लैंदियां ने ते उहदे विच जो भी अपने वित्त मुताबक दसवंध की माया जिहड़ी है पा दी जाती है तो वह सिंह जिहड़े जाके वो माया एकत्र करते हैं। ये सारा पैसा जिहड़ा है ये सारा इस फंड विच ही पाया जाता है। और जिहड़े वीर गुरु के कीर्तनी जां प्रचारक थावां थावां ते प्रचार करते हैं
ਸਮਾਗਮ ਕਰਦੇ ਹਨ, ਉਹ ਵੀ ਜਿਹੜਾ ਸੰਗਤ ਵੱਲੋਂ ਆਈ ਹੋਈ ਮਾਇਆ ਇਹ ਸਾਰੇ ਫੰਡ ਵਿੱਚ ਇਸ ਵਿੱਚ ਪਾਈ ਜਾਂਦੀ ਹੈ। ਸੋ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਅੱਗੋਂ ਵਾਸਤੇ ਵੀ ਇਸੇ ਤਰ੍ਹਾਂ ਸਭਾ ਦੇ ਨਾਲ ਸੰਯੋਗ ਦੇਣਾ। ਥੋੜ੍ਹੇ ਦਿਨ ਪਹਿਲਾਂ ਝਾਫਰ ਚੱਕ ਜੋ ਗ੍ਰੰਥੀ ਹੈ ਭਾਈ ਸਰਦਾਰਾ ਸਿੰਘ ਜੀ, ਉਹਨਾਂ ਦੀ ਬੱਚੀ ਦੀ ਸ਼ਾਦੀ, ਉਹਨਾਂ ਨੇ ਬੇਨਤੀ ਕੀਤੀ ਸੀ ਸਭਾ ਦੇ ਵੀਰਾਂ ਨੂੰ ਕਿ ਮੇਰੀ ਮਾਇਕ ਸਹਾਇਤਾ ਕੀਤੀ ਜਾਵੇ। ਸਭਾ ਵੱਲੋਂ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੋਈ 15,000 ਰੁਪਇਆ ਦਿੱਤਾ ਕਿ ਉਹਦੇ ਨਾਲ ਸ਼ਾਦੀ ਤਾਂ ਨਹੀਂ ਹੋ ਸਕਦੀ ਪਰ ਥੋੜ੍ਹੀ ਬਹੁਤੀ ਮਦਦ ਜ਼ਰੂਰ ਹੋ ਸਕਦੀ ਹੈ। ਕਈ ਵੀਰਾਂ ਨੇ ਤਰਕ ਵੀ ਕੀਤਾ ਸੀ ਕਿ ਫੇਸਬੁੱਕ 'ਤੇ ਇਹ ਜਿਹੜੇ ਆਪਣੇ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਪਾਈ, ਉਹਦਾ ਕਾਰਨ ਇਹ ਹੁੰਦਾ ਕਿ ਆਪਣੀ ਮਸ਼ਹੂਰੀ ਨਹੀਂ, ਕਈ ਵੀਰ ਉਸ ਵੀਡੀਓ ਨੂੰ ਦੇਖ ਕੇ ਜਾਂ ਫੋਟੋ ਨੂੰ ਦੇਖ ਕੇ ਉਹਨਾਂ ਨਾਲ ਸੰਪਰਕ ਕਰਦੇ ਨੇ, ਉਹ ਵੀ ਉਹਨਾਂ ਦੀ ਸੇਵਾ ਕਰਦੇ ਹਨ। ਸੋ ਐਸਾ ਤਰਕ ਕਰਨਾ ਜਿਹੜਾ ਮਾੜੀ ਗੱਲ ਹੈ। ਸੋ ਸਮਾਜ ਦੀ ਸੇਵਾ ਜਿਹੜੀ ਹੈ, ਸਮਾਜ ਦੀ ਭਲਾਈ ਵਿੱਚ ਹਰ ਇੱਕ ਨੂੰ ਆਪਣਾ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਸੋ ਜਿੰਨਾ ਚਿਰ ਸਿੰਘ ਸਾਹਿਬ ਜੀ ਜੋ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਦਾ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਇੱਥੇ ਆਉਂਦੇ ਹਨ, ਵੀਰ ਜੀ ਇੱਕ ਸ਼ਬਦ ਰਾਹੀਂ ਹਾਜ਼ਰੀ ਭਰਨਗੇ। ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। रत्ना रत्न पदार्थ बहु सागर पर्यारा, बाणी गुरबाणी लागे तिन हथ चढ़ियारा। गुरबाणी लागे तिन हथ चढ़िया, निर्मोलक रतन अपारा। हर हर नाम अतोल पाया, तेरी भगत पर है भंडारा। सब तू वड्डे भाग गुर सिखा के, सब तू वड्डे भाग गुर सिखा के, भाग गुर सिखा के, भाग गुर सिखा के, भाग गुर सिखा के, भाग गुर सिखा के। जो गुर चरणी सिख पढ़ते आ, जो गुर चरणी सिख पढ़ते आ, सब तू वड्डे भाग गुर सिखा के, भाग गुर सिखा के, भाग गुर सिखा के, भाग गुर सिखा के, भाग गुर सिखा के। सब तू वड्डे जना, जो हर नाम मुख कहते आ। तन तन भाग इन भगत जना, जो हर नाम मुख कहते आ, जो हर नाम
मुक्त कहया जो हर नाम मुक्त कहया सब तू वड्डे भाग गुर सिखावे 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 जो गुर चरणी सिख पढ़ गया जो गुर चरणी सिख पढ़ गया सब तू वड्डे भाग गुर सिखाके 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 सब तू वड्डे जना जो हर जस श्रवणी सुनते तन तन बिना सजना जो हर जस श्रवणी सुनते जो हर जस श्रवणी सुनते जो हर जस श्रवणी सुनते सब तू वड्डे भाग गुर सिखाके 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 सब तू वड्डे तन तन तिना साधु जना हर कीर्तन गाए गुणी जन पढ़ते तन तन तिना गुरमुखा जो गुर सिख ले मन मनते जो गुर सिख ले मन चिड़ते जो गुर सिख ले मन चिड़ते सब तू वड्डे भाग गुर सिखाके 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 जो गुर चरणी सिख पढ़ गया जो गुर चरणी सिख पढ़ गया
तू वडे भाग गुर सिखा के 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 भाग गुर सिखा वाहिगुरू जी का खालसा वाहिगुरू जी की फतेह। रंग